ਅਧਿਆਇ 21ਵਾਂ ਬੰਦਈ ਅਤੇ ਤੱਤ ਖਾਲਸਿਆਂ ਵਿੱਚ ਮਤਭੇਦ। ਦਿੱਲੀ ਵਿੱਚ ਬੰਦਾ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਕਤਲ ਕਰ ਦਿੱਤੇ ਜਾਣ ਪਿੱਛੋਂ ਮੁਗਲਾਂ ਨੇ ਸਿੱਖਾਂ ਦੀ ਰਾਜਸੀ ਤਾਕਤ ਹੀ ਨਹੀਂ ਬਲਕਿ ਸਾਰੀ ਦੀ ਸਾਰੀ ਕੌਮ ਨੂੰ ਮਾਰ ਮਕਾਉਣ ਲਈ ਉਹ ਸਾਰੇ ਢੰਗ ਵਰਤੇ ਜੋ ਉਹਨਾਂ ਨੂੰ ਸੁੱਝ ਸਕੇ। ਮੁਨਸ਼ੀ ਦਾਨਿਸ਼ਵਾਰ ਮਿਫਤਾਹੂ ਤਵਾਰੀਖ ਵਿੱਚ ਲਿਖਦਾ ਹੈ ਕਿ ਇੱਕ ਸ਼ਾਹੀ ਫੁਰਮਾਨ ਇਸ ਭਾਵ ਦਾ ਜਾਰੀ ਕੀਤਾ ਗਿਆ ਕਿ ਜਿੱਥੇ ਕਿਧਰੇ ਵੀ ਸਿੱਖ ਫਿਰਕੇ ਦੇ ਲੋਕ ਮਿਲ ਜਾਣ ਬਿਨਾਂ ਝਿਜਕ ਕਤਲ ਕਰ ਦਿੱਤੇ ਜਾਣ। ਮੈਲਕਮ ਕਹਿੰਦਾ ਹੈ ਕਿ ਇਸ ਹੁਕਮ ਨੂੰ ਅਮਲੀ ਰੂਪ ਦੇਣ ਲਈ ਹਰ ਸਿੱਖ ਦੇ ਸਿਰ ਲਈ ਇਨਾਮ ਰੱਖ ਦਿੱਤਾ ਗਿਆ। ਡਾਕਟਰ ਮੈਗਰੈਗਰ ਹਿਸਟਰੀ ਆਫ ਦੀ ਸਿੱਖਸ ਵਿੱਚ ਦੱਸਦਾ ਹੈ ਕਿ ਇਸ ਵੇਲੇ ਸਿੱਖਾਂ ਉੱਤੇ ਬੜੀ ਸਖਤੀ ਹੋ ਰਹੀ ਸੀ। ਸਿੱਖਾਂ ਨੂੰ ਪੰਜਾਬ ਦੇ ਦੂਸਰੇ ਲੋਕਾਂ ਤੋਂ ਨਿਖੇੜਨ ਲਈ ਸਾਰੇ ਹਿੰਦੂਆਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਉਹ ਆਪਣੇ ਵਾਲ ਅਤੇ ਦਾੜੀਆਂ ਮੁਨਾ ਦੇਣ ਅਤੇ ਜੇ ਕੋਈ ਦਾੜੀ ਵਾਲਾ ਜਾਂ ਵਾਲਾਂ ਵਾਲਾ ਮਿਲ ਜਾਏ ਤਾਂ ਉਸ ਨੂੰ ਮਾਰ ਦਿੱਤਾ ਜਾਏ। ਲਾਹੌਰ ਦੇ ਸੂਬੇਦਾਰ ਅਬਦੁਸਮਦ ਖਾਨ ਦੀਆਂ ਗਸ਼ਤੀ ਫੌਜਾਂ ਨੇ ਸਿੰਘਾਂ ਦੀ ਟੋਲ ਭਾਲ ਲਈ ਦੇਸ਼ ਗਾਹ ਮਾਰਿਆ ਅਤੇ ਜੰਗਲੀ ਜਾਨਵਰਾਂ ਦੀ ਤਰ੍ਹਾਂ ਉਹਨਾਂ ਦਾ ਸ਼ਿਕਾਰ ਕਰਨਾ ਆਰੰਭ ਕਰ ਦਿੱਤਾ। ਖਿਜੇ ਹੋਏ ਮੁਸਲਮਾਨ ਅਤੇ ਨਿਤਾਣੇ ਹਿੰਦੂ ਉਹਨਾਂ ਨੂੰ ਕਿਧਰੇ ਟਿਕਣ ਨਹੀਂ ਸਨ ਦਿੰਦੇ। ਇਸ ਵੇਲੇ ਅਤੇ ਇਸ ਤਰ੍ਹਾਂ ਜੋ ਲੋਕ ਮਾਰੇ ਗਏ ਉਹਨਾਂ ਦੀ ਗਿਣਤੀ ਬੜੀ ਹੈਰਾਨ ਕਰ ਦੇਣ ਵਾਲੀ ਹੋਵੇਗੀ। ਕੁਝ ਸਿੱਖ ਦਿਨ ਕਟੀ ਕਰਨ ਲਈ ਦੇਸ਼ ਨੂੰ ਛੱਡ ਕੇ ਸ਼ਿਵਾਲਿਕ ਪਹਾੜੀਆਂ ਵੱਲ ਜਾ ਚੜ੍ਹੇ। ਕੁਝ ਦੂਰ ਦੁਰੇਡੇ ਜੰਗਲਾਂ ਅਤੇ ਰੇਤ ਥੱਲਿਆਂ ਨੂੰ ਚਲੇ ਗਏ। ਇਹ ਲੋਕ ਹੀ ਕਤਲੇਆਮਾਂ ਤੋਂ ਬਚ ਸਕੇ। ਬਾਦਸ਼ਾਹ ਫਰੁਖਸੀਰ ਦੇ 5ਵੇਂ ਸਾਲ 1130 ਹਿਜਰੀ 1718 ਈਸਵੀ ਦੇ ਆਰੰਭ ਵਿੱਚ ਅਬਦੁਸਮਦ ਖਾਨ ਰਾਜ ਪ੍ਰਬੰਧ ਦੇ ਹੋਰ ਮਾਮਲਿਆਂ ਵਿੱਚ ਰੁੱਝ ਗਿਆ ਅਤੇ ਸ਼ਾਹਦਾਦ ਖਾਨ ਖੇਸ਼ਗੀ ਨੂੰ ਈਸਾ ਖਾਨ ਮੰਝ ਦੇ ਵਿਰੁੱਧ ਭੇਜਿਆ ਗਿਆ ਤਾਂ ਸਿੰਘ ਹੌਲੀ ਹੌਲੀ ਪਹਾੜਾਂ ਅਤੇ ਜੰਗਲਾਂ ਤੋਂ ਨਿਕਲ ਕੇ ਆਪਣੇ ਘਰਾਂ ਨੂੰ ਮੁੜਨ ਲੱਗ ਪਏ। ਸਮਾਂ ਬੀਤਦੇ ਜਾਣ ਨਾਲ ਅਬਦੁਸਮਦ ਖਾਨ ਦਾ ਗੁੱਸਾ ਕੁਝ ਢਿੱਲਾ ਪੈਣ ਲੱਗ ਪਿਆ ਅਤੇ ਸਿੰਘਾਂ ਦੀ ਕਤਲਾਮ ਦੇ ਹੁਕਮ ਆਮ ਕਰਕੇ ਉਹਨਾਂ ਦੇ ਵਿਰੁੱਧ ਹੀ ਲਾਗੂ ਰਹਿ ਗਏ ਜਿਨ੍ਹਾਂ ਉੱਤੇ ਬੰਦਾ ਸਿੰਘ ਦੀ ਅਗਵਾਈ ਹੇਠ ਵੱਧ ਚੜ ਕੇ ਹਿੱਸਾ ਲੈਣ ਦਾ ਦੋਸ਼ ਲਾਇਆ ਜਾਂਦਾ ਸੀ। ਬਾਕੀ ਸਾਰਿਆਂ ਨੂੰ ਘਰੀ ਮੁੜ ਆਉਣ ਅਤੇ ਆਪਣਾ ਕੰਮਕਾਜ ਕਰਨ ਵਿੱਚ ਬਹੁਤੀ ਸਖਤ ਰੁਕਾਵਟ ਨਾ ਰਹੀ। ਸਿੰਘਾਂ ਦੇ ਘਰਾਂ ਨੂੰ ਮੁੜ ਆਉਣ ਨਾਲ ਗੁਰਦੁਆਰਿਆਂ ਦੀ ਅਹਿਮੀਅਤ ਤੇ ਆਮਦਨੀ ਵਿੱਚ ਅਤੇ ਖਾਸ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕਾਫੀ ਵਾਧਾ ਹੋਣ ਲੱਗ ਪਿਆ। ਦਸੰਬਰ ਸਨ 1704 ਵਿੱਚ ਆਨੰਦਪੁਰ ਦੀ ਤਬਾਹੀ ਤੋਂ ਬਾਅਦ ਜਦ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੋਂ ਅੰਤਮ ਵਾਰ ਚਲਾ ਜਾਣਾ ਪਿਆ ਇਹ ਮੁੜ ਆਪਣੀ ਪੁਰਾਣੀ ਪ੍ਰਭੂਤਾ ਪ੍ਰਾਪਤ ਨਾ ਕਰ ਸਕਿਆ। ਤਬਾਹੀ ਤੋਂ ਬਿਨਾਂ ਆਨੰਦਪੁਰ ਪੰਜਾਬ ਦੇ ਕੇਂਦਰ ਤੋਂ ਜਿੱਥੇ ਕਿ ਸਿੰਘਾਂ ਦੀ ਵਸੋਂ ਬਹੁਤ ਸੀ ਚੋਖਾ ਦੂਰ ਅਤੇ ਇੱਕ ਗੁੱਠੇ ਸੀ। ਦੂਸਰੇ ਪਾਸੇ ਅੰਮ੍ਰਿਤਸਰ ਪੰਜਾਬ ਦੇ ਕੇਂਦਰ ਵਿੱਚ ਸੀ ਅਤੇ ਇਤਿਹਾਸਿਕ ਤੌਰ ਤੇ ਆਪਣੀ ਇੱਕ ਨਿਵੇਕਲੀ ਥਾਂ ਬਣਾ ਚੁੱਕਾ ਸੀ। ਇਸ ਦੀ ਨੀਂਹ ਚੌਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਧਰੀ ਅਤੇ 5ਵੇਂ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸ਼ਿੰਗਾਰਿਆ ਸਵਾਰਿਆ ਅਤੇ ਵਧਾਇਆ ਸੀ। ਇੱਥੇ ਹੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਥਾਪਨ ਕੀਤਾ ਗਿਆ ਅਤੇ ਇੱਥੇ ਹੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਬਣਵਾਇਆ। ਸਰਬ ਲੋਹ ਨੂੰ ਧਾਰਮਿਕ ਪ੍ਰਵਾਨਗੀ ਬਖਸ਼ੀ ਅਤੇ ਸਿੱਖਾਂ ਦੇ ਭਗਤੀ ਭਰਪੂਰ ਸਰੀਰਾਂ ਵਿੱਚ ਫੌਜੀ ਸਪਿਰਟ ਦਾ ਸੰਚਾਰ ਕੀਤਾ। ਇਸ ਲਈ ਸ੍ਰੀ ਅੰਮ੍ਰਿਤਸਰ ਦੀ ਪ੍ਰਭੂਤਾ ਪੁਰਾਣੀ ਹੋਂਦ ਕਰਕੇ ਜ਼ਿਆਦਾ ਉਜਾਗਰ ਹੋ ਗਈ ਅਤੇ ਇਹ ਸਿੰਘਾਂ ਦਾ ਕੇਂਦਰੀ ਧਾਰਮਿਕ ਅਸਥਾਨ ਪ੍ਰਸਿੱਧ ਰਿਹਾ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦੇ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਹੁੰਦਾ ਸੀ ਅਤੇ ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਮੁੱਖ ਪ੍ਰਬੰਧਕ ਸਨ। ਸੰਮਤ 1778 ਬਿਕਰਮੀ ਭਾਵ ਸਨ 1721 ਦੀ ਵਿਸਾਖੀ ਨੂੰ ਸੰਗਤਾਂ ਹੁੰਮ ਹੁਮਾ ਕੇ ਪੁੱਜੀਆਂ। ਥਾਂ ਥਾਈਂ ਵੱਖਰੇ ਵੱਖਰੇ ਡੇਰੇ ਲੱਗ ਗਏ ਅਤੇ ਸਾਰਿਆਂ ਨੇ ਖੂਬ ਰੱਜ ਕੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕੀਤੇ। ਇਹ ਮੇਲਾ ਕਈ ਵਰ੍ਹਿਆਂ ਤੋਂ ਬਾਅਦ ਚੰਗਾ ਭਰਿਆ ਸੀ। ਚੜਾਵਾ ਵੀ ਚੰਗਾ ਚੜਿਆ।
ਮੇਲਾ ਵਿਛੜਨ ਵੇਲੇ ਚੜਾਵੇ ਦੀ ਵਰਤੋਂ ਅਤੇ ਵੰਡ ਸੰਬੰਧੀ ਡੇਰਿਆਂ ਵਿੱਚ ਕੁਝ ਮਤਭੇਦ ਹੋ ਗਿਆ। ਕੁਝ ਖਿਆਲਾਂ ਵਿੱਚ ਫਰਕ ਪੁਰਾਣਾ ਚੱਲਿਆ ਆ ਰਿਹਾ ਜਾਪਦਾ ਹੈ। ਇੱਕ ਧੜੇ ਦੇ ਆਗੂ ਬਾਬਾ ਵਿਨੋਦ ਸਿੰਘ ਸਨ, ਜੋ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਨਾਲ ਉੱਥੇ ਅੰਦਰ ਟਿਕੇ ਰਹਿਣ ਸੰਬੰਧੀ ਮਤਭੇਦ ਕਾਰਨ ਨਿਕਲ ਆਏ ਸਨ। ਦੂਸਰੇ ਧੜੇ ਦਾ ਆਗੂ ਭਾਈ ਅਮਰ ਸਿੰਘ ਖੇਮ ਕਰਨੀਆ ਸੀ, ਜਿਸ ਨੂੰ ਮਹੰਤਾ ਸਿੰਘ ਕਰਕੇ ਲਿਖਿਆ ਹੋਇਆ ਹੈ। ਬਾਬਾ ਵਿਨੋਦ ਸਿੰਘ ਦਾ ਪੁੱਤਰ ਬਾਬਾ ਕਾਹਨ ਸਿੰਘ ਬੜੇ ਠੰਡੇ ਸੁਭਾਅ ਦਾ ਬੰਦਾ ਸੀ। ਗੁਰਦਾਸ ਨੰਗਲ ਵਿੱਚ ਵੀ ਇਸ ਨੇ ਹੀ ਵਿੱਚ ਪੈ ਕੇ ਫੈਸਲਾ ਕਰਵਾ ਦਿੱਤਾ ਸੀ। ਹੁਣ ਵੀ ਜਦ ਗੱਲ ਵੱਧਦੀ ਦਿਸੀ ਤਾਂ ਇਸ ਦੇ ਕਹਿਣ ਤੇ ਭਾਈ ਮਨੀ ਸਿੰਘ ਦੀ ਸਲਾਹ ਅਤੇ ਆਗਿਆ ਨਾਲ ਹਰ ਕੀ ਪੌੜੀ ਅਤੇ ਸਰੋਵਰ ਵਿੱਚ ਪਰਚੀਆਂ ਪਾ ਕੇ ਨਵੇੜਾ ਕਰ ਲੈਣ ਦਾ ਫੈਸਲਾ ਹੋਇਆ। ਬਾਬਾ ਵਿਨੋਦ ਸਿੰਘ ਆਪਣੇ ਆਪ ਨੂੰ ਅਕਾਲ ਪੁਰਖੀਏ ਜਾਂ ਤੱਤ ਖਾਲਸੇ ਦੱਸਦੇ ਸਨ ਅਤੇ ਆਪਣੇ ਵਿਰੋਧੀਆਂ ਨੂੰ ਬੰਦਈ ਕਹਿੰਦੇ ਸਨ। ਚੁਨਾਚ ਇੱਕ ਪਰਚੀ ਉੱਤੇ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਗਿਆ ਅਤੇ ਦੂਸਰੀ ਉੱਤੇ ਫਤਿਹ ਦਰਸ਼ਨ। ਕੁਝ ਚਿਰ ਤਾਂ ਇਉਂ ਪ੍ਰਤੀਤ ਹੋਇਆ ਜਿਵੇਂ ਦੋਵੇਂ ਪਰਚੀਆਂ ਨੇ ਨਿਰਪੱਖ ਰਹਿਣ ਦੀ ਧਾਰ ਲਈ ਹੈ, ਪਰ ਅੰਤ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਉੱਪਰ ਤਰ ਆਈ। ਇਸ ਪਰ ਤੱਤ ਖਾਲਸਿਆਂ ਨੇ ਆਪਣੀ ਜਿੱਤ ਹੋ ਗਈ ਸਮਝ ਕੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਇਸ ਤਰ੍ਹਾਂ ਫੈਸਲਾ ਵਿਰੁੱਧ ਹੋ ਜਾਣ ਨਾਲ ਬਹੁਤ ਸਾਰੇ ਬੰਦਈ ਤਾਂ ਨਿਰਾਸ਼ ਹੋ ਕੇ ਪਿੱਛੇ ਹਟ ਗਏ। ਕਈ ਇਸ ਫੈਸਲੇ ਨੂੰ ਠੀਕ ਸਮਝ ਕੇ ਤੱਤ ਖਾਲਸਿਆਂ ਨਾਲ ਰਲ ਕੇ, ਪਰ ਭਾਈ ਅਮਰ ਸਿੰਘ ਮਹੰਤ ਨਾਰਾਜ਼ ਹੋ ਗਏ ਅਤੇ ਉਸ ਨੇ ਇਸ ਤਰ੍ਹਾਂ ਦੇ ਹੋਏ ਫੈਸਲੇ ਨੂੰ ਪ੍ਰਵਾਨ ਕਰਨੋਂ ਨਾ ਕਰ ਦਿੱਤੀ। ਉਸ ਨੇ ਲਾਹੌਰਾ ਸਿੰਘ ਕਲਾਲ ਦੇ ਰਾਹੀਂ ਇਹ ਸੁਨੇਹਾ ਖਾਲਸੇ ਪਾਸ ਭੇਜ ਦਿੱਤਾ। ਬਾਬਾ ਕਾਹਨ ਸਿੰਘ ਨੂੰ ਡਰ ਸੀ ਕਿ ਇਸ ਫੈਸਲੇ ਨਾਲ ਫੁੱਲੇ ਹੋਏ ਤੱਤ ਖਾਲਸੇ ਕਿਧਰੇ ਮਹੰਤ ਜੀ ਉੱਪਰ ਹੱਥ ਹੀ ਨਾ ਚੁੱਕ ਲੈਣ। ਇਸ ਲਈ ਉਹਨਾਂ ਨੇ ਸਲਾਹ ਦਿੱਤੀ ਕਿ ਲਾਹੌਰਾ ਸਿੰਘ ਦੇ ਪੁੱਤਰ ਸੰਗਤ ਸਿੰਘ ਅਤੇ ਉਸ ਭਾਵ ਬਾਬਾ ਕਾਹਨ ਸਿੰਘ ਦੇ ਪੁੱਤਰ ਮੀਰੀ ਸਿੰਘ ਦਾ ਘੋਲ ਕਰਵਾਇਆ ਜਾਏ ਅਤੇ ਜਿਸ ਧੜੇ ਦਾ ਪਹਿਲਵਾਨ ਟਹਿ ਜਾਏ ਉਹ ਦੂਸਰੇ ਦੇ ਨਾਲ ਸ਼ਾਮਿਲ ਹੋ ਜਾਏ। ਘੋਲ ਅਕਾਲ ਤਖਤ ਦੇ ਸਾਹਮਣੇ ਸ਼ੁਰੂ ਹੋਇਆ ਅਤੇ ਦੋਹਾਂ ਧੜੇ ਵਾਲਿਆਂ ਨੇ ਦੇਖਣ ਲਈ ਆਲੇ ਦੁਆਲੇ ਘੇਰਾ ਬਣਾ ਲਿਆ। ਭਾਣਾ ਕਰਤਾਰ ਦਾ ਸੰਗਤ ਸਿੰਘ ਟਹਿ ਗਿਆ। ਇਹ ਦੇਖ ਕੇ ਲਾਹੌਰਾ ਸਿੰਘ ਹੱਥ ਜੋੜ ਕੇ ਖੜੋ ਗਿਆ ਅਤੇ ਤੱਤ ਖਾਲਸੇ ਪਾਸੋਂ ਖਿਮਾ ਮੰਗ ਕੇ ਉਹਨਾਂ ਨਾਲ ਰਲ ਗਿਆ। ਤੱਤ ਖਾਲਸਿਆਂ ਦੇ ਹੌਸਲੇ ਹੁਣ ਹੋਰ ਵੀ ਵੱਧ ਗਏ ਅਤੇ ਇਹਨਾਂ ਨੇ ਮਹੰਤ ਅਮਰ ਸਿੰਘ ਦੇ ਡੇਰੇ ਉੱਤੇ ਹੱਲਾ ਕਰ ਦਿੱਤਾ। ਤੱਤ ਖਾਲਸਿਆਂ ਦੀ ਗਿਣਤੀ ਜ਼ਿਆਦਾ ਸੀ, ਇਸ ਲਈ ਬੰਦਈ ਸਿੰਘਾਂ ਲਈ ਟੱਕਰੇ ਤੇ ਖੜੋ ਸਕਣਾ ਔਖਾ ਸੀ। ਉਹ ਡੇਰਾ ਖਾਲੀ ਕਰ ਗਏ। ਭਾਈ ਅਮਰ ਸਿੰਘ ਸੰਬੰਧੀ ਕੁਝ ਪਤਾ ਨਹੀਂ, ਸ਼ਾਇਦ ਉੱਥੇ ਮਾਰਿਆ ਗਿਆ ਹੋਵੇ। ਹੁਣ ਬਹੁਤ ਸਾਰੇ ਬਾਕੀ ਬੰਦਈ ਵੀ ਭੁਜੰਗੀਆਂ ਭਾਵ ਤੱਤ ਖਾਲਸਿਆਂ ਨਾਲ ਆ ਰਹੇ। ਬੰਦਈ ਚੂੰਕਿ ਵੈਸ਼ਨਵੀ ਭੋਜਨ ਕਰਨ ਵਾਲੇ ਸਨ, ਇਸ ਲਈ ਤੱਤ ਖਾਲਸੇ ਉਹਨਾਂ ਨੂੰ ਮਾਸ ਦੀ ਥੋੜੀ ਜਿਹੀ ਤਰੀ ਛਕਾ ਕੇ ਆਪਣੇ ਨਾਲ ਰਲਾ ਲੈਂਦੇ ਸਨ। ਇਸ ਤਰ੍ਹਾਂ ਨਾਨੂ ਸਿੰਘ ਢੇਸੀ ਵਾਲਾ, ਕਿਸ਼ੋਰਾ ਸਿੰਘ ਅਤੇ ਸ਼ਾਮ ਸਿੰਘ ਕਲਾਲ, ਬਖਸ਼ੀਸ਼ ਸਿੰਘ ਚਮਿਆਰੀ ਵਾਲਾ ਅਤੇ ਭਾਈ ਭਗਤੂ ਦੇ ਪੋਤਰੇ ਤੱਤ ਖਾਲਸੇ ਬਣ ਗਏ। ਇੱਥੇ ਇਸ ਅਧਿਆਇ ਦੀ ਸਮਾਪਤੀ ਹੈ ਜੀ। ਨਾਲ ਹੀ ਅਗਲਾ ਅਧਿਆਇ ਪੜ੍ਹਦੇ ਹਾਂ। ਅਧਿਆਇ 22ਵਾਂ, ਬੰਦਾ ਸਿੰਘ ਦਾ ਖਾਨਦਾਨ। ਪਿਆਰੇ ਸਰੋਤਿਓ, ਇੱਥੇ ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਆਪਣੇ ਦਿਲ ਦੇ ਥੋੜ੍ਹੇ ਜਿਹੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ। ਸੱਜਣੋ, ਇਸ ਅਧਿਆਇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ ਗੁਰਮਤ ਦੀ ਰੌਸ਼ਨੀ ਤੇ ਮੌਜੂਦਾ ਸਿੱਖ ਰਹਿਤ ਮਰਿਆਦਾ ਦੇ ਅਸੂਲਾਂ, ਨਿਯਮਾਂ, ਸਿਧਾਂਤਾਂ ਦੇ ਅਨੁਸਾਰ ਮੇਲ ਨਹੀਂ ਖਾਂਦੀਆਂ। ਮੈਂ ਕਈ ਦਿਨਾਂ ਤੋਂ ਇਸ ਕਸ਼ਮੋਕਸ਼ ਦੇ ਵਿੱਚ ਸੀ। ਮੇਰਾ ਮਨ ਕੀਤਾ ਕਿ ਮੈਂ ਇਹ ਅਧਿਆਇ ਛੱਡ ਦੇਵਾਂ, ਕਿਉਂਕਿ ਇਹ ਮੇਰੀ ਆਤਮਾ ਉੱਤੇ ਬੋਝ ਪਾਉਂਦਾ ਸੀ। ਮੇਰੀ ਆਤਮਾ ਇਸ ਅਧਿਆਇ ਦੇ ਵਿੱਚ ਲਿਖੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ ਹੋ ਰਹੀ। ਤਾਂ ਫਿਰ ਮੈਨੂੰ 2009-10 ਦੇ ਸਮਿਆਂ ਦੀ ਗੱਲ ਯਾਦ ਆਈ। ਇੱਕ ਭਾਈ ਬਲਦੇਵ ਸਿੰਘ ਸਿਰਸਾ ਕਰਕੇ ਸਿੱਖ ਪੰਥ ਵਿੱਚ ਮਸ਼ਹੂਰ ਹੋਏ ਨੇ, ਜੋ ਹੁਣ ਵੀ ਬਹੁਤ ਸਾਰੇ ਧਾਰਮਿਕ ਮਸਲਿਆਂ ਨੂੰ ਸੰਗਤਾਂ ਦੀ ਨਜ਼ਰ ਵਿੱਚ ਲਿਆਉਂਦੇ ਰਹਿੰਦੇ ਨੇ।
ਤਾਂ ਸਨ 2009-10 ਦੇ ਆਸ-ਪਾਸ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਹਿਕਮੇ ਜਿਹੜਾ ਕਿ ਸਿੱਖ ਇਤਿਹਾਸ ਰਿਸਰਚ ਬੋਰਡ ਹੈ, ਜਿਹੜਾ ਕਿ ਕਈ ਤਰ੍ਹਾਂ ਦੀਆਂ ਧਾਰਮਿਕ ਪੁਸਤਕਾਂ ਛਾਪਦਾ, ਇਹ ਮੌਜੂਦਾ ਪੁਸਤਕ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਬੰਦਾ ਸਿੰਘ ਬਹਾਦਰ ਡਾਕਟਰ ਗੰਡਾ ਸਿੰਘ ਜੀ ਦੀ ਲਿਖੀ ਹੋਈ, ਇਹ ਵੀ ਇਸੇ ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ ਛਾਪੀ ਗਈ ਹੈ। ਤੇ ਭਾਈ ਬਲਦੇਵ ਸਿੰਘ ਸਿਰਸਾ ਨੇ ਬਹੁਤ ਸਾਰੀਆਂ ਕਿਤਾਬਾਂ ਸੰਗਤ ਦੀ ਨਜ਼ਰ ਵਿੱਚ ਲੈ ਕੇ ਆਂਦੀਆਂ। ਖਾਸ ਤੌਰ ਤੇ ਹਿੰਦੀ ਦੇ ਵਿੱਚ ਛਪੀ ਹੋਈ ਇੱਕ ਕਿਤਾਬ ਸੀ ਸਿੱਖ ਇਤਿਹਾਸ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਬਾਰੇ ਲਿਖੀਆਂ ਹੋਈਆਂ ਸੀ। ਬਹੁਤ ਹੀ ਜ਼ਿਆਦਾ ਨੀਵੇਂ ਪੱਧਰ ਦੀਆਂ ਗੱਲਾਂ ਉਹਦੇ 'ਚ ਲਿਖੀਆਂ ਸੀ। ਇੱਦਾਂ ਜਾਪਦਾ ਹੈ ਕਿ ਜਿਵੇਂ ਕਿਸੇ ਦੁਸ਼ਮਣ ਨੇ ਉਹ ਕਿਤਾਬ ਲਿਖੀ ਹੋਵੇ। ਸਾਡੀ ਆਪਣੀ ਸ਼੍ਰੋਮਣੀ ਕਮੇਟੀ, ਸਾਡੇ ਆਪਣੇ ਵਿਦਵਾਨਾਂ ਦੀ ਲਿਖੀ ਹੋਈ ਕਿਤਾਬ ਉਹ ਨਹੀਂ ਸੀ ਜਾਪਦੀ, ਕਿਸੇ ਦੁਸ਼ਮਣ ਦੇ ਲਿਖੇ ਹੋਏ ਸ਼ਬਦ ਜਾਪਦੇ ਸੀ, ਪਰ ਉਹ ਛਪੇ ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਰ ਥੱਲੇ ਉਹ ਕਿਤਾਬਾਂ ਛਪੀਆਂ ਸੀ। ਉਦੋਂ ਜਥੇਦਾਰ ਅਵਤਾਰ ਸਿੰਘ ਮੱਕੜ ਹੋਇਆ ਕਰਦੇ ਸੀਗੇ। ਮਸਲਾ ਲਾਈਟ ਦੇ ਵਿੱਚ ਆਇਆ, ਪਰ ਉਹਦਾ ਕੀ ਹੱਲ ਹੋਇਆ ਉਹ ਬਾਅਦ ਵਿੱਚ ਕਦੇ ਹੀ ਨਹੀਂ ਪਤਾ ਲੱਗਿਆ। ਇਹ ਦੁਖਾਂਤ ਦੀ ਗੱਲ ਹੈ ਵੀ ਮਸਲੇ ਬਹੁਤ ਉੱਠਦੇ ਨੇ, ਪਰ ਅੰਤ ਤੱਕ ਉਹਨਾਂ ਦਾ ਕੀ ਬਣਦਾ ਕੀ ਨਹੀਂ ਬਣਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਮੇਰਾ ਖਿਆਲ ਹੈ ਕਿ ਇੱਕ ਐਸਾ ਚੈਨਲ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕਿ ਪ੍ਰੋਗਰਾਮ ਰੱਖਿਆ ਜਾਏ ਜਿਹਦਾ ਨਾਮ ਹੀ ਗੱਡੇ ਮੁਰਦੇ ਰੱਖਿਆ ਜਾਵੇ। ਗੱਡੇ ਮੁਰਦੇ ਉਖਾੜਨ ਦਾ ਕੰਮ ਉਹਦੇ 'ਚ ਕੀਤਾ ਜਾਣਾ ਚਾਹੀਦਾ ਹੈ। ਭਾਵ ਜਿਹੜੀਆਂ ਪੁਰਾਣੀਆਂ ਖਬਰਾਂ ਕਿਸੇ ਵੇਲੇ ਰੌਸ਼ਨੀ ਦੇ ਵਿੱਚ ਆਈਆਂ ਸੀ, ਉਹਨਾਂ ਮਸਲਿਆਂ ਨੂੰ ਮੁੜ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਦਾ ਬਣਿਆ ਕੀ। ਨਹੀਂ ਤਾਂ ਸਾਨੂੰ ਪੂਰੀ ਜਾਣਕਾਰੀ ਤਾਂ ਮਿਲਦੀ ਨਹੀਂ। ਇੱਕ ਗੱਲ ਦਾ ਰੌਲਾ ਪੈ ਜਾਂਦਾ, ਉਸ ਤੋਂ ਬਾਅਦ ਦੂਸਰੀ ਗੱਲ ਉੱਠ ਜਾਂਦੀ ਹੈ, ਤੀਸਰੀ ਉੱਠ ਜਾਂਦੀ ਹੈ, ਇੱਦਾਂ ਹੀ ਅੱਗੇ ਉੱਠਦੀਆਂ ਰਹਿੰਦੀਆਂ ਨੇ। ਪਹਿਲੀ ਦਾ ਕੀ ਬਣਿਆ, ਦੂਜੀ ਦਾ ਕੀ ਬਣਿਆ, ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਮੈਂ ਆਪਣੇ ਪਿਆਰੇ ਸਰੋਤਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਦਿਲ ਤੇ ਦਿਮਾਗ ਨੂੰ ਰੌਸ਼ਨ ਰੱਖਦੇ ਹੋਏ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਕਿਤਾਬ ਨੂੰ ਪੜ੍ਹਨਾ, ਸੁਣਨਾ ਤੇ ਇਸ ਕਿਤਾਬ ਵਿੱਚ ਲਿਖੀਆਂ ਸਹੀ ਗੱਲਾਂ ਦੇ ਲਈ ਤਾਂ ਸ਼ਾਬਾਸ਼ ਦੇਣੀ ਹੈ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਕਿਤਾਬ ਛਾਪੀ ਹੈ ਜਾਂ ਜਿਹੜੇ ਲਿਖਾਰੀ ਨੇ, ਤੇ ਜਿਹੜੀਆਂ ਗੱਲਾਂ ਗੁਰਮਤਿ ਦੀ ਕਸਵੱਟੀ ਦੇ ਉੱਪਰ ਖਰੀਆਂ ਨਹੀਂ ਉਤਰਦੀਆਂ ਉਹਨਾਂ ਗੱਲਾਂ ਦੇ ਬਾਰੇ ਜ਼ਰੂਰ ਇੱਕ ਦੂਸਰੇ ਨੂੰ ਆਗਾਹ ਕਰੀਏ, ਜਾਣੂ ਕਰਵਾਈਏ, ਤਾਂ ਕਿ ਇਹਦੇ ਵਿੱਚ ਜਿਹੜੀਆਂ ਕਮੀਆਂ ਤਰੁੱਟੀਆਂ ਨੇ ਉਹ ਦਰੁਸਤ ਕੀਤੀਆਂ ਜਾ ਸਕਣ। ਅਗਰ ਤੁਸੀਂ ਹਿੰਮਤ ਕਰੋ, ਤੁਹਾਨੂੰ ਕੋਈ ਗੱਲ ਗਲਤ ਛਾਪੇ ਤਾਂ ਤੁਸੀਂ ਇਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਤਰਾਜ਼ ਵੀ ਆਪਣਾ ਚੱਕ ਸਕਦੇ ਹੋ। ਆਪਣੇ ਵੱਲੋਂ ਤੁਸੀਂ ਉਹਨਾਂ ਨੂੰ ਕੋਈ ਚਿੱਠੀ ਜਾਂ ਈਮੇਲ ਲਿਖਤੀ ਰੂਪ ਦੇ ਵਿੱਚ ਇਹਦੇ ਬਾਰੇ ਜ਼ਰੂਰ ਭੇਜਿਓ। ਮੇਰੀ ਬੇਨਤੀ ਹੈ, ਇਹ ਕਿਤਾਬ ਤੁਸੀਂ ਜ਼ਰੂਰ ਖਰੀਦ ਕੇ ਆਪਣੇ ਘਰੇ ਰੱਖਿਓ। 45 ਰੁਪਏ ਸਿਰਫ ਇਹਦੀ ਕੀਮਤ ਹੈ ਤੇ ਤੁਸੀਂ ਇਹਨੂੰ ਜ਼ਰੂਰ ਪੜ੍ਹਿਓ ਤੇ ਇਹਦੇ 'ਤੇ ਮਾਰਕ ਕਰਿਓ ਕੀ ਤੁਹਾਨੂੰ ਗਲਤ ਲੱਗਦਾ ਤੇ ਕੀ ਸਹੀ ਲੱਗਦਾ। ਆਓ ਮੈਂ ਤੁਹਾਡੇ ਨਾਲ ਇਹ ਅਧਿਆਇ 22ਵਾਂ ਬੰਦਾ ਸਿੰਘ ਦਾ ਖਾਨਦਾਨ ਪੜ੍ਹ ਕੇ ਸਾਂਝਾ ਕਰਦਾ। 25 ਕੁ ਵਰ੍ਹੇ ਤੱਕ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਅਤੇ ਉਸ ਦੇ ਪੁੱਤਰ ਜ਼ਕਰੀਆ ਖਾਨ ਦੀਆਂ ਹਕੂਮਤਾਂ ਵੱਲੋਂ ਸਿੰਘਾਂ ਵਿਰੁੱਧ ਸਖਤੀ ਦਾ ਦੌਰ ਰਿਹਾ। ਸ਼ਹਿਰਾਂ ਵਿੱਚ ਉਹ ਰਹਿ ਨਹੀਂ ਸਨ ਸਕਦੇ, ਪਿੰਡਾਂ ਵਿੱਚੋਂ ਫੜ ਕੇ ਮਾਰੇ ਜਾਂਦੇ ਸਨ। ਜੰਗਲਾਂ ਵਿੱਚ ਉਹਨਾਂ ਦਾ ਜੰਗਲੀ ਜਾਨਵਰਾਂ ਵਾਂਗੂ ਸ਼ਿਕਾਰ ਕੀਤਾ ਜਾਂਦਾ ਸੀ ਅਤੇ ਜਿੱਥੇ ਉਹ ਜਾ ਕੇ ਲੁਕਦੇ ਸਨ ਉੱਥੇ ਅੱਗ ਲਗਾ ਦਿੱਤੀ ਜਾਂਦੀ ਸੀ। ਇਸ ਲਈ ਉਹ ਅਤ ਦੁਖੀ ਹੋ ਗਏ। ਚੜ੍ਹਦੇ ਅਤੇ ਉੱਤਰ ਚੜ੍ਹਦੇ ਦੀਆਂ ਪਹਾੜੀਆਂ, ਮਾਲਵੇ ਦੇ ਲੱਖੀ ਜੰਗਲ ਅਤੇ ਬੀਕਾਨੇਰ ਦੇ ਰੇਤ ਥੱਲਿਆਂ ਵੱਲ ਨਿਕਲ ਜਾਣ ਤੋਂ ਬਿਨਾਂ ਖਾਲਸਿਆਂ ਲਈ ਕੋਈ ਚਾਰਾ ਹੀ ਨਹੀਂ ਸੀ ਰਹਿ ਗਿਆ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਖਤੀ ਦਾ ਜ਼ੋਰ ਹੌਲੀ-ਹੌਲੀ ਘੱਟ ਹੁੰਦਾ ਗਿਆ ਅਤੇ ਬਹੁਤੀ ਟੋਲ ਭਾਲ ਅਤੇ ਫੜੋ ਫੜੀ ਉਹਨਾਂ ਦੀ ਹੀ ਰਹਿ ਗਈ ਜਿਨ੍ਹਾਂ ਉੱਤੇ ਬੰਦਾ ਸਿੰਘ ਦੇ ਸਾਥੀ ਸੰਗੀ ਹੋਣ ਦਾ ਸ਼ੱਕ ਹੁੰਦਾ ਸੀ। ਬੰਦਾ ਸਿੰਘ ਦਾ ਪਹਿਲਾ ਪੁੱਤਰ ਅਜੈ ਸਿੰਘ ਬੰਦਾ ਸਿੰਘ ਦੇ ਨਾਲ ਹੀ ਦਿੱਲੀ ਵਿੱਚ 9 ਜੂਨ ਸੰਨ 1716 ਨੂੰ ਕਤਲ ਕਰ ਦਿੱਤਾ ਗਿਆ ਸੀ।
ਇਸ ਲਈ ਹਕੂਮਤ ਨੇ ਉਸ ਦੇ ਖਾਨਦਾਨ ਦੀ ਹੋਰ ਟੋਲ ਭਾਲ ਵੱਲ ਕੋਈ ਧਿਆਨ ਨਾ ਦਿੱਤਾ। ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਜਿਸ ਵੇਲੇ ਬੰਦਾ ਸਿੰਘ ਅਕਤੂਬਰ ਸੰਨ 1713 ਤੋਂ ਫਰਵਰੀ 1715 ਤੱਕ ਡੇਰੇ ਦੇ ਮੁਕਾਮ ਤੇ ਰਿਹਾ ਸੀ, ਉਸਨੇ ਵਜ਼ੀਰਾਬਾਦ ਦੇ ਇੱਕ ਖੱਤਰੀ ਸ਼ਿਵਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਸਰੀ ਸ਼ਾਦੀ ਕੀਤੀ ਸੀ। ਇਸ ਤੋਂ ਦੂਸਰੇ ਪੁੱਤਰ ਰਣਜੀਤ ਸਿੰਘ ਨੇ ਜਨਮ ਲਿਆ। ਹੁਣ ਇਹ ਪੁਆਇੰਟ ਸਰੋਤਿਓ ਮੈਂ ਪਹਿਲਾਂ ਵੀ ਚੱਕਿਆ ਸੀ ਜਦੋਂ ਇਹ ਗੱਲ ਆਈ ਸੀ ਕਿ ਸਿੱਖ ਰਹਿਤ ਮਰਿਆਦਾ ਤੇ ਗੁਰਮਤ ਇੱਕ ਤੋਂ ਵਧੇਰੇ ਵਿਆਹ ਕਰਨ ਦੀ ਆਗਿਆ ਨਹੀਂ ਦਿੰਦੀ। ਤਾਂ ਕੀ ਇਹ ਗੱਲ ਇੱਥੇ ਜਾਣਬੁੱਝ ਕੇ ਗਲਤ ਲਿਖੀ ਗਈ ਹੈ, ਜਾਂ ਉਸ ਵਕਤ ਮਰਿਆਦਾ ਦੇ ਸਿਧਾਂਤ ਤੇ ਅਸੂਲ ਕੁਝ ਹੋਰ ਹੁੰਦੇ ਸੀ ਤੇ ਮੌਜੂਦਾ ਸਮੇਂ 'ਚ ਕੁਝ ਹੋਰ ਨੇ? ਕੀ ਐਸਾ ਹੋ ਸਕਦਾ? ਬਿਲਕੁਲ ਵੀ ਨਹੀਂ। ਤਾਂ ਫਿਰ ਕਿਵੇਂ ਦੂਸਰੀ ਸ਼ਾਦੀ ਦੀ ਗੱਲ ਇੱਥੇ ਆ ਗਈ? ਲਿਖਾਰੀ ਨੇ ਇਹ ਵੀ ਨਹੀਂ ਲਿਖਿਆ ਵੀ ਪਹਿਲੀ ਪਤਨੀ ਉਹ ਜਿਉਂਦੀ ਸੀ ਜਾਂ ਉਹਦਾ ਦੇਹਾਂਤ ਹੋ ਗਿਆ ਸੀ। ਜੇ ਦੇਹਾਂਤ ਹੋ ਗਿਆ ਸੀ ਤਾਂ ਦੂਸਰੀ ਸ਼ਾਦੀ ਵਿੱਚ ਕੋਈ ਦਿੱਕਤ ਨਹੀਂ, ਕੀਤੀ ਜਾ ਸਕਦੀ ਹੈ, ਗੁਰਮਤਿ ਇਸ ਦੀ ਆਗਿਆ ਦਿੰਦੀ ਹੈ। ਪਰ ਪਹਿਲੀ ਪਤਨੀ ਦੇ ਜਿਉਂਦੇ ਹੁੰਦਿਆਂ ਹੋਇਆਂ ਦੂਸਰਾ ਵਿਆਹ ਕਰਵਾਉਣਾ ਗੁਰਮਤਿ ਦੇ ਸਿਧਾਂਤਾਂ ਦੇ ਵਿਰੁੱਧ ਹੈ। ਆਓ ਅੱਗੇ ਪੜ੍ਹਦੇ ਹਾਂ। ਕੁਝ ਲਿਖਾਰੀਆਂ ਨੇ ਇਸ ਰਣਜੀਤ ਸਿੰਘ ਦਾ ਨਾਮ ਅਜੀਤ ਸਿੰਘ ਲਿਖਿਆ ਹੈ, ਪਰ ਇਹਨਾਂ ਦੇ ਬੰਸ ਵਾਲੇ ਰਣਜੀਤ ਸਿੰਘ ਦਾ ਨਾਮ ਹੀ ਠੀਕ ਮੰਨਦੇ ਹਨ। ਹਰਿਦੁਆਰ ਵਿੱਚ ਸੋਢੀ ਸਾਹਿਬਜ਼ਾਦਿਆਂ ਦੇ ਪੰਡਿਆਂ ਭਾਵ ਪ੍ਰੋਹਿਤ ਭਵਾਨੀ ਦਾਸ ਹਵੇਲੀ ਸੋਢੀਆਂ ਦੀ ਬਹੀ ਵਿੱਚ ਵੀ ਇਹ ਨਾਮ ਰਣਜੀਤ ਸਿੰਘ ਹੀ ਦਰਜ ਹੈ। ਹੁਣ ਇੱਥੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਸਰੋਤਿਓ ਵੀ ਗੁਰਸਿੱਖ ਕਦੇ ਵੀ ਹਰਿਦੁਆਰ ਵਿੱਚ ਫੁੱਲ ਭਾਵ ਅਸਥੀਆਂ ਪਾਉਣ ਨਹੀਂ ਸੀ ਜਾਂਦੇ, ਬਲਕਿ ਗੁਰਮਤਿ ਦੀ ਜਿਹੜੀ ਰਹਿਤ ਮਰਿਆਦਾ ਹੈ ਉਹਦੇ ਵਿੱਚ ਤਾਂ ਪੂਰੇ ਦਾ ਪੂਰਾ ਅੰਗੀਠਾ ਸਾਂਭਣ ਦੀ ਗੱਲ ਹੈ, ਇਕੱਲੇ ਫੁੱਲ ਚੁਗਣ ਦੀ ਉਹਦੇ ਵਿੱਚ ਆਗਿਆ ਨਹੀਂ ਹੁੰਦੀ। ਤੇ ਗੁਰੂ ਸਾਹਿਬ ਦੇ ਅਸੂਲ ਇਹ ਨੇ ਕਿ ਜਿੱਥੇ ਵੀ ਜਲ ਵਗਦਾ ਹੋਵੇ, ਪਾਣੀ ਵਹਿੰਦਾ ਹੋਵੇ, ਤੁਸੀਂ ਉੱਥੇ ਹੀ ਅਸਥੀਆਂ ਜਲ ਪ੍ਰਵਾਹ ਕਰ ਸਕਦੇ ਹੋ। ਤਾਂ ਉਹ ਸਮਾਂ ਤਾਂ ਗੁਰੂ ਸਾਹਿਬ ਦਾ ਬੜਾ, ਗੁਰੂ ਸਾਹਿਬ ਉਸ ਸਮੇਂ ਮੌਜੂਦ ਹੀ ਸੀਗੇ, ਕੁਝ ਸਾਲ ਹੀ ਹਜੇ ਹੋਏ ਸੀ ਉਹਨਾਂ ਨੂੰ ਜੋਤੀ ਜੋਤ ਸਮਾਇਆ, 10 ਪਾਤਸ਼ਾਹੀਆਂ ਨੇ ਪ੍ਰਚਾਰ ਕੀਤੇ ਸੀਗੇ। ਤਾਂ ਫਿਰ ਵੀ ਇਹ ਕਿਵੇਂ ਪੋਸੀਬਲ ਹੈ ਕਿ ਉਦੋਂ ਹਰਿਦੁਆਰ ਦੇ ਵਿੱਚ ਗੁਰੂ ਕੇ ਸਿੱਖ ਅਸਥੀਆਂ ਆਪਣੀਆਂ ਜਲ ਪ੍ਰਵਾਹ ਕਰਨ ਜਾਇਆ ਕਰਦੇ ਹੋਣਗੇ? ਯਕੀਨ ਨਹੀਂ ਹੁੰਦਾ। ਹਾਂਜੀ, ਅੱਗੇ ਲਿਖਦੇ ਨੇ, ਜਿਸ ਵੇਲੇ ਬੰਦਾ ਸਿੰਘ ਆਖਰੀ ਵਾਰੀ ਕਲਾਨੌਰ ਬਟਾਲੇ ਵੱਲ ਗਿਆ ਸੀ ਤਾਂ ਸਾਹਿਬ ਕੌਰ ਨੂੰ ਉਹ ਡੇਰੇ ਹੀ ਛੱਡ ਗਿਆ ਸੀ। ਇਸ ਲਈ ਜਦ ਉਹ ਗੁਰਦਾਸ ਨੰਗਲੋਂ ਫੜਿਆ ਗਿਆ ਤਾਂ ਉਹ ਇੱਥੇ ਹੀ ਟਿਕੀ ਰਹੀ। ਇਸ ਤਰ੍ਹਾਂ ਸਾਹਿਬ ਕੌਰ ਅਤੇ ਰਣਜੀਤ ਸਿੰਘ ਲਾਹੌਰ ਦੇ ਸੂਬੇਦਾਰ ਦੀਆਂ ਅੱਖੀਆਂ ਤੋਂ ਓਹਲੇ ਹੋਣ ਕਰਕੇ ਬਚੇ ਰਹੇ। ਅੱਗੇ ਇਸੇ ਪੁੱਤਰ ਰਣਜੀਤ ਸਿੰਘ ਦੇ ਬਾਰੇ ਇੱਕ ਪੈਰਾ ਲਿਖਿਆ ਹੈ ਜੋ ਇਸ ਤਰ੍ਹਾਂ ਹੈ। ਬਾਬਾ ਰਣਜੀਤ ਸਿੰਘ ਬੜਾ ਸ਼ਾਂਤ ਸੁਭਾਅ ਬੰਦਾ ਸੀ। ਉਹ ਕਹਿਰ ਦੇ ਵਿਖੜੇ ਜ਼ਮਾਨੇ ਵਿੱਚ ਪਹਾੜ ਵਿੱਚ ਬਾਬਾ ਬੰਦਾ ਸਿੰਘ ਦੇ ਡੇਰੇ ਹੀ ਟਿਕਿਆ ਰਿਹਾ ਅਤੇ ਚੁੱਪਚਾਪ ਦਿਨ ਕਟੀ ਕਰ ਲਈ। ਪੰਜਾਬ ਵਿੱਚ ਬੰਦਈ ਸਿੱਖਾਂ ਵਾਸਤੇ ਉਸ ਵੇਲੇ ਰਹਿ ਸਕਣਾ ਔਖਾ ਸੀ, ਇਸ ਲਈ ਉਹਨਾਂ ਦੇ ਕੁਝ ਥੋੜ੍ਹੇ ਜਿਹੇ ਟੱਬਰ ਹੀ ਰਹਿ ਗਏ। ਬਾਬਾ ਰਣਜੀਤ ਸਿੰਘ ਦਾ ਜੀਵਨ ਬੜਾ ਧਾਰਮਿਕ ਬਿਰਤੀ ਵਾਲਾ ਸੀ। ਗੁਰੂ ਗ੍ਰੰਥ ਸਾਹਿਬ ਦਾ ਪਾਠ, ਗੁਰਬਾਣੀ ਦਾ ਪ੍ਰਚਾਰ ਅਤੇ ਨਾਮ ਦਾ ਸਿਮਰਨ ਉਹਨਾਂ ਦਾ ਮੁੱਖ ਕਰਮ ਸੀ। ਸੰਨ 1753 ਈਸਵੀ ਨੂੰ ਡੇਰੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਅੱਗੇ ਜੁਝਾਰ ਸਿੰਘ ਦਾ ਵੇਰਵਾ ਹੈ। ਬਾਬਾ ਰਣਜੀਤ ਸਿੰਘ ਦੇ 2 ਪੁੱਤਰ ਸਨ, ਜੁਝਾਰ ਸਿੰਘ ਅਤੇ ਜ਼ੋਰਾਵਰ ਸਿੰਘ। ਇੱਥੇ ਵੀ ਬੜੀ ਕਮਾਲ ਦੀ ਗੱਲ ਹੈ ਵੀ ਇਹ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਵਾਲੇ ਨਾਮ ਹੀ ਉਹਨਾਂ ਦੇ ਰੱਖੇ ਗਏ। ਅੱਗੇ ਲਿਖਿਆ ਹੈ, ਵੱਡਾ ਪੁੱਤਰ ਹੋਣ ਕਰਕੇ ਜੁਝਾਰ ਸਿੰਘ ਆਪਣੇ ਪਿਤਾ ਦੀ ਥਾਂ ਗੱਦੀ ਉੱਤੇ ਬੈਠਾ। ਇਹ ਦਿਲ ਦਾ ਬੜਾ ਸਖੀ ਅਤੇ ਦਇਆਵਾਨ ਸੀ। ਇੱਕ ਪੰਡਤ ਦਿਲਾ ਰਾਮ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਇਆ ਕਰਦਾ ਸੀ। ਹੁਣ ਇੱਥੇ ਇੱਕ ਗੱਲ ਇਹ ਵੀ ਹੈ ਕਿ ਇਹ ਜੁਝਾਰ ਸਿੰਘ ਰਣਜੀਤ ਸਿੰਘ ਦਾ ਪੁੱਤਰ ਸੀ ਤੇ ਰਣਜੀਤ ਸਿੰਘ ਖੁਦ ਜਿਹੜਾ ਸੀ ਬੜਾ ਨਾਮ ਅਭਿਆਸੀ ਦੱਸਿਆ ਗਿਆ। ਉੱਪਰਲੇ ਪਹਿਰੇ ਵਿੱਚ ਦੱਸਿਆ ਗਿਆ ਵੀ ਉਹਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ,
ਗੁਰਬਾਣੀ ਦਾ ਪ੍ਰਚਾਰ ਕਰਨਾ ਤੇ ਨਾਮ ਸਿਮਰਨ ਕਰਨਾ ਹੀ ਉਸ ਦਾ ਮੁੱਖ ਉਦੇਸ਼ ਸੀ। ਜਿਹੜਾ ਵਿਅਕਤੀ ਗੁਰਬਾਣੀ ਦਾ ਪ੍ਰਚਾਰ ਖੁਦ ਕਰ ਰਿਹਾ ਹੋਵੇ, ਉਸ ਦੀ ਅਗਲੀ ਸੰਤਾਨ ਨੂੰ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਣਾਉਣ ਵਾਸਤੇ ਕੋਈ ਪੰਡਤ ਨਿਯੁਕਤ ਕੀਤਾ ਗਿਆ ਸੀ, ਇਹ ਵੀ ਇੱਕ ਹੈਰਾਨੀ ਵਾਲੀ ਗੱਲ ਹੈ। ਰਣਜੀਤ ਸਿੰਘ ਖੁਦ ਤਾਂ ਸੰਗਤ ਦੇ ਵਿੱਚ, ਸਿੱਖਾਂ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਦੇ ਸੀ, ਪਰ ਕੀ ਉਹ ਆਪਣੇ ਔਲਾਦ ਨੂੰ ਗੁਰਬਾਣੀ ਦੇ ਨਾਲ ਨਹੀਂ ਜੋੜ ਸਕੇ? ਉਹਨਾਂ ਨੂੰ ਗੁਰਬਾਣੀ ਦਾ ਪਾਠ ਆਪ ਕਰਨਾ ਨਹੀਂ ਸਿਖਾ ਸਕੇ? ਉਹਨਾਂ ਨੂੰ ਕਿਸੇ ਪੰਡਤ ਨੂੰ ਅਪੁਆਇੰਟ ਕਰਨ ਦੀ ਕੀ ਜ਼ਰੂਰਤ ਸੀ? ਇਹ ਵੀ ਇੱਕ ਹੈਰਾਨੀ ਜੀ ਵਾਲੀ ਗੱਲ ਹੈ। ਹਾਂਜੀ, ਅੱਗੇ ਲਿਖਿਆ, ਇੱਕ ਪੰਡਤ ਦਿਲਾ ਰਾਮ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਇਆ ਕਰਦਾ ਸੀ। ਇੱਕ ਵਾਰੀ ਪਾਠ ਸੁਣ ਕੇ ਇਹਨਾਂ ਦਾ ਮਨ ਇਤਨਾ ਪਸੀਜਿਆ ਕਿ ਆਪਣੇ ਹੱਥਾਂ ਦੇ ਸੋਨੇ ਦੇ ਕੜੇ ਉਸ ਨੂੰ ਬਖਸ਼ਿਸ਼ ਕਰ ਦਿੱਤੇ। ਇਹਨਾਂ ਦੇ ਸਮੇਂ ਪੰਜਾਬ ਵਿੱਚ ਮੁਗਲਾਂ ਦਾ ਜ਼ੋਰ ਟੁੱਟ ਚੁੱਕਾ ਸੀ ਅਤੇ ਸਿੱਖ ਮਿਸਲਦਾਰ ਸਰਦਾਰ ਦੇਸ਼ ਵਿੱਚ ਮੱਲਾਂ ਮਾਰ ਰਹੇ ਸਨ। ਹੁਣ ਬਾਬਾ ਜੁਝਾਰ ਸਿੰਘ ਨੂੰ ਸਿੱਖੀ ਪ੍ਰਚਾਰ ਦਾ ਚੰਗਾ ਮੌਕਾ ਮਿਲ ਗਿਆ। ਉਹਨਾਂ ਨੇ ਮਾਝੇ ਵਿੱਚ ਪ੍ਰਚਾਰ ਦੇ ਕਈ ਦੌਰੇ ਕੀਤੇ ਅਤੇ ਥਾਂ-ਥਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਹੁਣ ਇੱਥੇ ਸਰੋਤਿਓ, ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਣ ਵਾਲੀਆਂ ਗੱਲਾਂ ਜਾਪਦੀਆਂ ਨੇ। ਜਿਵੇਂ ਕਿ ਪ੍ਰਚਾਰ ਦੌਰੇ ਵੀ ਇਹਨਾਂ ਨੇ ਕੀਤੇ ਜੁਝਾਰ ਸਿੰਘ ਜੀ ਨੇ, ਤੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਵੀ ਕੀਤੀਆਂ। ਦੈਟ ਮੀਨਸ ਵੀ ਇਹਨਾਂ ਨੂੰ ਗੁਰਮਤਿ ਦੀ ਪੂਰੀ ਸੋਝੀ ਸੀ। ਪਰ ਉੱਪਰ ਲਿਖਿਆ, ਇੱਕ ਪੰਡਤ ਦਿਲਾ ਰਾਮ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਾਇਆ ਕਰਦਾ ਸੀ। ਅੱਗੇ ਲੇਖਕ ਲਿਖਦੇ ਨੇ, ਉਹਨਾਂ ਨੇ ਡੇਰੇ ਦੇ ਅਸਥਾਨ ਤੇ ਇੱਕ ਹਵੇਲੀ ਬਣਵਾਈ ਅਤੇ ਇੱਕ ਸੁੰਦਰ ਬਾਗ ਲਗਵਾਇਆ। ਇਹਨਾਂ ਨੇ ਸਾਵਣਵਦੀ 14 ਸੰਮਤ 1864 ਭਾਵ ਸੰਨ 1807 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚੋਲਾ ਤਿਆਗਿਆ। ਅੰਤਮ ਸਮੇਂ ਉਹਨਾਂ ਨੇ ਗੁਰਬਾਣੀ ਦੇ ਪਾਠ ਅਤੇ ਵਾਹਿਗੁਰੂ ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਉਹਨਾਂ ਦਾ ਸਾਰਾ ਜੀਵਨ ਹੀ ਧਰਮ ਪ੍ਰਣਾਈ ਗੁਜ਼ਰਿਆ। ਸੰਮਤ 1861 ਬਿਕਰਮੀ ਨੂੰ ਬਾਬਾ ਜੁਝਾਰ ਸਿੰਘ ਹਰਿਦੁਆਰ ਦਰਸ਼ਨ ਨੂੰ ਗਏ। ਹੁਣ ਇੱਥੇ ਫੇਰ ਇੱਕ ਸਵਾਲ ਉੱਠਦਾ ਕਿ ਹਰਿਦੁਆਰ ਕਿਹਦੇ ਦਰਸ਼ਨਾਂ ਵਾਸਤੇ ਉਹ ਗਏ? ਕਿਸ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਉਹ ਹਰਿਦੁਆਰ ਪੁੱਜੇ, ਜਦਕਿ ਸਿੱਖੀ ਦੇ ਵਿੱਚ ਤਾਂ ਹਰਿਦੁਆਰ ਦੀ ਕੋਈ ਮਹਾਨਤਾ ਹੈ ਹੀ ਨਹੀਂ। ਅੱਗੇ ਲਿਖਿਆ, ਪ੍ਰੋਹਤ ਭਵਾਨੀ ਦਾਸ ਦੇ ਚੁਪੱਤਰਾ ਸੋਢੀ ਸਾਹਿਬਜ਼ਾਦਿਆਂ ਵਿੱਚ ਉਸ ਦੀ ਲਿਖਤ ਇਸ ਤਰ੍ਹਾਂ ਹੈ। 1861 विक्रम को साहिब जुझार सिंह जी हरिद्वार में आए। साथ भतीजा अर्जुन सिंह ते गुलाब सिंह जी आए। ਬੰਸ ਗੁਰੂ ਗੋਬਿੰਦ ਸਿੰਘ। ਹੁਣ ਇੱਥੇ ਫੇਰ ਇੱਕ ਸਵਾਲੀਆ ਨਿਸ਼ਾਨ ਹੈ ਜੀ, ਵੀ ਬੰਸ ਗੁਰੂ ਗੋਬਿੰਦ ਸਿੰਘ ਜੀ ਦਾ ਕਿਵੇਂ ਲਿਖਿਆ ਗਿਆ? ਇਹਦੇ ਵਿੱਚ ਕਿਉਂ ਲਿਖਿਆ ਗਿਆ? ਜਦ ਕਿ ਇਹ ਤਾਂ ਬੰਸ ਅਗਰ ਮੰਨਿਆ ਜਾਵੇ ਜਿਵੇਂ ਲੇਖਕ ਨੇ ਲਿਖਿਆ, ਇਹ ਤਾਂ ਬੰਦਾ ਸਿੰਘ ਬਹਾਦਰ ਦੇ ਬੰਸ ਵਿੱਚੋਂ ਸੀ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੰਸ ਵਿੱਚੋਂ। ਤਾਂ ਇਹ ਜਿਹੜੇ ਨਾਮ ਵੀ ਲਿਖੇ ਹੋਏ ਨੇ, ਇਹ ਨਾਮ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਵਾਲੇ ਨਾਮ ਨੇ। ਸਾਹਿਬ ਜੁਝਾਰ ਸਿੰਘ ਜੋ ਕਿ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਨਾਮ ਹੈ। ਤਾਂ ਇੱਥੇ ਬੰਸ ਗੁਰੂ ਗੋਬਿੰਦ ਸਿੰਘ ਲਿਖਣ ਤੋਂ ਕੀ ਭਾਵ ਹੈ, ਸਮਝ ਨਹੀਂ ਆਈ। ਅੱਗੇ ਲਿਖਿਆ ਹੈ, ਸੰਨ 1907 ਵਿੱਚ ਲਿਖਿਆ ਸੀ ਕਿ ਇਸ ਵੇਲੇ ਜੋ ਬੰਦਈ ਸਿੱਖ ਦੇਖ ਰਹੇ ਹਾਂ, ਇਹ ਸਾਰੇ ਇਸੇ ਸਮੇਂ ਹੀ ਸਿੱਖੀ ਮੰਡਲ ਵਿੱਚ ਆਏ ਸਨ। ਅੱਗੇ ਦੂਸਰੇ ਪੁੱਤਰ ਫਤਿਹ ਸਿੰਘ ਦੇ ਬਾਰੇ ਜ਼ਿਕਰ ਹੈ। ਬਾਬਾ ਫਤਿਹ ਸਿੰਘ ਜਦ ਸੰਮਤ 1880 ਵਿੱਚ ਆਪਣੇ ਪਿਤਾ ਸਾਹਿਬ ਜੁਝਾਰ ਸਿੰਘ ਦੇ ਫੁੱਲ ਲੈ ਕੇ ਹਰਿਦੁਆਰ ਗਏ ਸਨ, ਤਾਂ ਇਸ ਸੰਬੰਧੀ ਉੱਥੇ ਪੰਡੇ ਦੀ ਬਹੀ ਵਿੱਚ ਇਹ ਲਿਖਤ ਦਰਜ ਹੈ। ਹੁਣ ਸਰੋਤਿਓ, ਇੱਥੇ ਇੱਕ ਸਵਾਲ ਫਿਰ ਖੜਾ ਹੁੰਦਾ ਹੈ ਵੀ ਸਿੱਖਾਂ ਵਿੱਚ ਤਾਂ ਕੀਰਤਪੁਰ ਸਾਹਿਬ ਜਾਣ ਦੀ ਰਵਾਇਤ ਹੈ, ਤੇ ਕੀ ਕੀਰਤਪੁਰ ਸਾਹਿਬ ਦਾ ਅਸਥਾਨ ਉਸ ਵੇਲੇ ਤੱਕ ਪ੍ਰਗਟ ਨਹੀਂ ਸੀ ਹੋਇਆ? ਜਾਂ ਸਿੱਖਾਂ ਵਿੱਚ ਤਾਂ ਇਹ ਵੀ ਸਿਧਾਂਤ ਹੈ ਕਿ ਫੁੱਲ ਲੈ ਕੇ, ਪਹਿਲੀ ਗੱਲ ਫੁੱਲ ਚੁਗਣੇ ਹੀ ਨਹੀਂ, ਪੂਰਾ ਅੰਗੀਠਾ ਹੀ ਜਲ ਪ੍ਰਵਾਹ ਕਰਨਾ। ਦੂਜੀ ਗੱਲ, ਜਿੱਥੇ ਵੀ ਵਹਿੰਦਾ ਹੋਇਆ ਜਲ, ਜਿਹੜੇ ਵੀ ਦਰਿਆ ਦੇ ਵਿੱਚ, ਜਿਹੜੀ ਵੀ ਨਹਿਰ ਦੇ ਵਿੱਚ ਤੁਹਾਨੂੰ ਮਿਲੇ, ਤੁਸੀਂ ਉੱਥੇ ਹੀ ਜਲ ਪ੍ਰਵਾਹ ਕਰ ਸਕਦੇ ਹੋ। ਤੁਹਾਨੂੰ ਕਿਸੇ ਵਿਸ਼ੇਸ਼ ਥਾਂ ਤੇ ਜਾਣ ਦੀ ਲੋੜ ਨਹੀਂ। ਖਾਸ ਤੌਰ ਤੇ ਹਰਿਦੁਆਰ ਦੀ, ਗੰਗਾ ਦੀ ਤਾਂ ਕੋਈ ਸਿੱਖੀ ਦੇ ਵਿੱਚ ਮਹਾਨਤਾ ਹੈ ਹੀ ਨਹੀਂ।
ਤਾਂ ਫਿਰ ਸਿੱਖ ਇਤਿਹਾਸ ਦੇ ਵਿੱਚ ਜਿਨ੍ਹਾਂ ਐਡੇ ਵੱਡੇ ਜੁਝਾਰੂਆਂ ਦੀਆਂ ਅੱਗੇ ਸੰਤਾਨਾਂ ਹੋਈਆਂ ਨੇ, ਕੀ ਉਹ ਸਿੱਖੀ ਦੇ ਸਿਧਾਂਤਾਂ ਤੋਂ ਬਿਲਕੁਲ ਕੋਰੇ ਸੀ, ਜਾਂ ਇਹ ਗੱਲਾਂ ਜਾਣਬੁੱਝ ਕੇ ਲਿਖੀਆਂ ਗਈਆਂ ਨੇ ਤਾਂ ਕਿ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਸਕੇ, ਦੁਬਿਧਾ ਕਾਇਮ ਕੀਤੀ ਜਾ ਸਕੇ? ਇਸ ਗੱਲ ਤੇ ਗੌਰ ਕਰਨਾ ਜੀ। ਅੱਗੇ ਪੰਡੇ ਦੀ ਬਹੀ ਵਿੱਚ ਜੋ ਦਰਜ ਹੈ ਉਹ ਲੇਖਕ ਦੇ ਅਨੁਸਾਰ ਇਸ ਤਰ੍ਹਾਂ ਹੈ। ਭਾਈ ਫਤਿਹ ਸਿੰਘ ਭਾਈ ਸੁਚੇਤ ਸਿੰਘ ਕਾ, ਮਤਲਬ ਭਾਈ ਫਤਿਹ ਸਿੰਘ ਜਿਹੜਾ ਕਿ ਭਾਈ ਸੁਚੇਤ ਸਿੰਘ ਦਾ ਭਰਾ ਹੈ, बेटा साहिब जुझार सिंह जी का, पोता साहिब रणजीत सिंह जी का, पड़पोता साहिब बंदे साहिब जी का। ਹੁਣ ਇੱਥੇ ਬੰਦਿਆ ਸਿੰਘ ਕਿਉਂ ਨਹੀਂ ਲਿਖਿਆ ਗਿਆ, ਬੰਦੇ ਸਾਹਿਬ ਲਿਖਿਆ ਗਿਆ, ਕਮਾਲ ਹੈ। ਅੱਗੇ ਲਿਖਿਆ ਬੰਸ ਗੁਰੂ ਗੋਬਿੰਦ ਸਿੰਘ ਜੀ ਦਾ। ਇੱਥੇ ਫੇਰ ਸਵਾਲੀਆ ਨਿਸ਼ਾਨ ਹੈ ਜੀ, ਬੰਸ ਗੁਰੂ ਗੋਬਿੰਦ ਸਿੰਘ ਜੀ ਦਾ ਕਿਵੇਂ ਹੋਇਆ? ਇਹਨਾਂ ਦਾ ਬੰਸ ਤਾਂ ਬੰਦਾ ਸਿੰਘ ਬਹਾਦਰ ਤੋਂ ਸੀ, ਫਿਰ ਇੱਥੇ ਗੁਰੂ ਸਾਹਿਬ ਦਾ ਨਾਮ ਕਿਉਂ ਆਇਆ? ਅੱਗੇ ਲਿਖਿਆ जी 1880 में अपने पिता साहिब जुझार सिंह जी के फूल ले आए। दूसरी लिखत इसे बही विच 21 वरे पिछों सम्मत 1901 बिक्रमी दी जो इस तरह है। 1901 कुंभ के इशनान पर साहिब फतेह सिंह जी आए। ਹੁਣ ਪਿਆਰੇ ਸਰੋਤਿਓ, ਇੱਥੇ ਬਿਲਕੁਲ ਇੱਕ ਗੱਲ ਕ੍ਰਿਸਟਲ ਕਲੀਅਰ ਹੈ। ਗੁਰੂ ਸਾਹਿਬਾਂ ਨੇ ਸਾਨੂੰ ਆਪਣੇ ਤਨ ਦਾ ਇਸ਼ਨਾਨ ਕਰਨ ਤੇ ਕੋਈ ਵਡਿਆਈ ਨਹੀਂ ਦਿੱਤੀ, ਸਾਨੂੰ ਆਪਣੇ ਮਨ ਦੀ ਮੈਲ ਉਤਾਰਨ ਵਾਸਤੇ ਨਾਮ ਦੇ ਵਿੱਚ ਡੁੱਬੀਆਂ ਮਾਰਨ ਨੂੰ ਕਿਹਾ। ਵੈਸੇ ਵੀ ਕੁੰਭ ਦੇ ਇਸ਼ਨਾਨ ਦਾ ਕੋਈ ਮਹਾਤਮ ਸਿੱਖੀ ਦੇ ਵਿੱਚ ਹੈ ਹੀ ਨਹੀਂ, ਇਹ ਤਾਂ ਹਿੰਦੂ ਮਤ ਦੇ ਵਿੱਚ ਮਹਾਨ ਸਮਝਿਆ ਜਾਂਦਾ, ਸਿੱਖੀ ਦੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ। ਤਾਂ ਫਿਰ ਇੱਥੇ ਇਹਦਾ ਲਿਖਣ ਦਾ ਕੀ ਮਤਲਬ ਹੈ? ਇਹ ਸੱਚ ਹੈ ਜਾਂ ਝੂਠ ਹੈ? ਵਿਦਵਾਨ ਗਣ ਕਿਰਪਾ ਕਰਕੇ ਇਹਦੇ ਵੱਲ ਧਿਆਨ ਦੇਣ। ਅੱਗੇ ਲਿਖਿਆ ਜੀ, ਮੈਂ ਦੁਬਾਰਾ ਥੋੜਾ ਜਿਹਾ ਪੜ੍ਹਦਾ ਜੀ। 1901 कुंभ के स्नान पर साहिब फतेह सिंह जी आए, साथ इनकी सुपत्नी भाग भरी ते किशन देई, नारायण देई, गुलाब देई, टहलना राम देई ते दौरा ते मेलावी ते प्रेमी साथ आईयां। थले लिखिया ब्रैकेट दे विच चुपत्रा सोडी साहिब जादियों का हवेली सोडियां ਪ੍ਰੋਹਤ ਭਵਾਨੀ ਦਾਸ। ਇਸ ਵੇਲੇ ਉਸ ਦਾ ਪੋਤਰਾ ਪੰਡਤ ਜਗਤ ਰਾਮ ਹੈ, ਇਹ ਲੇਖਕ ਨੇ ਜਾਣਕਾਰੀ ਦਿੱਤੀ। ਅਗਲੇ ਪੈਰੇ ਦੇ ਵਿੱਚ ਲਿਖਿਆ ਹੈ ਜੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਜੋ ਗੁਰਦੁਆਰਾ ਇਸ ਵੇਲੇ ਡੇਰੇ ਵਿੱਚ ਦਰਬਾਰ ਦੇ ਨਾਂ ਨਾਲ ਪ੍ਰਸਿੱਧ ਹੈ, ਬਾਬਾ ਫਤਿਹ ਸਿੰਘ ਨੇ ਬਣਵਾਇਆ ਸੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਸਿੰਧ ਤੱਕ 2 ਦੌਰੇ ਕੀਤੇ, ਸਿੱਖੀ ਦਾ ਪ੍ਰਚਾਰ ਕੀਤਾ, ਬਾਬਾ ਬੰਦਾ ਸਿੰਘ ਦੇ ਕਾਰਨਾਮੇ ਅਤੇ ਸ਼ਹੀਦੀ ਦੇ ਵਾਕਿਆਤ ਸੰਗਤਾਂ ਨੂੰ ਸੁਣਾਏ ਅਤੇ ਹੈਦਰਾਬਾਦ ਭਾਵ ਸਿੰਧ, ਲੜਕਾਣਾ, ਮੁਲਤਾਨ, ਬਹਾਵਲਪੁਰ ਅਤੇ ਝੰਗ ਦੇ ਇਲਾਕਿਆਂ ਵਿੱਚੋਂ ਗੁਰਦੁਆਰੇ ਦੀ ਇਮਾਰਤ ਲਈ ਮਾਇਆ ਇਕੱਤਰ ਕੀਤੀ। ਮਾਲੂਮ ਹੁੰਦਾ ਹੈ ਕਿ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਦੇ ਵਿਖੜੇ ਸਮੇਂ ਵਿੱਚ ਕੁਝ ਸਿੰਘ ਸਿੰਧ ਵੱਲ ਅਤੇ ਦੱਖਣ ਲਹਿੰਦੇ ਦੇ ਇਲਾਕਿਆਂ ਵੱਲ ਨਿਕਲ ਗਏ ਸਨ। ਇਸ ਲਈ ਬੰਦਾ ਸਿੰਘ ਦੀ ਯਾਦ ਉੱਥੇ ਮੌਜੂਦ ਸੀ, ਜਿਸ ਨੇ ਬਾਬਾ ਫਤਿਹ ਸਿੰਘ ਦੇ ਪ੍ਰਚਾਰ ਦੇ ਦੌਰਿਆਂ ਨੂੰ ਸਫਲ ਕਰਨ ਵਿੱਚ ਕਾਫੀ ਸਹਾਇਤਾ ਕੀਤੀ। ਉਹਨਾਂ ਨੇ ਰਿਆਸੀ, ਅਖਨੂਰ, ਜੰਮੂ, ਪੁਰਮੰਡਲ, ਵਜ਼ੀਰਾਬਾਦ, ਅੰਮ੍ਰਿਤਸਰ, ਹਰਿਦੁਆਰ ਅਤੇ ਹੋਰ ਥਾਈਂ ਮਕਾਨ ਬਣਵਾਏ ਜੋ ਉਹਨਾਂ ਦੇ ਪ੍ਰਚਾਰ ਦੇ ਕੇਂਦਰ ਬਣ ਗਏ। ਉਹ ਆਮ ਤੌਰ ਤੇ 6 ਮਹੀਨੇ ਦੌਰੇ ਉੱਤੇ ਰਹਿੰਦੇ ਸਨ ਅਤੇ ਬਾਕੀ 6 ਮਹੀਨਿਆਂ ਵਿੱਚੋਂ ਬਹੁਤਾ ਸਮਾਂ ਵਜ਼ੀਰਾਬਾਦ ਵਿੱਚ ਗੁਜ਼ਾਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿੱਚ ਬਾਬਾ ਬੰਦਾ ਸਿੰਘ ਦੀਆਂ ਕੁਰਬਾਨੀਆਂ ਲਈ ਬੜਾ ਸਤਿਕਾਰ ਸੀ, ਜਿਨ੍ਹਾਂ ਨੇ ਮਹਾਰਾਜਾ ਤੋਂ 100 ਵਰ੍ਹੇ ਪਹਿਲਾਂ ਖਾਲਸੇ ਦੇ ਰਾਜ ਦੀ ਨੀਂਹ ਰੱਖੀ ਸੀ। ਉਸ ਨੂੰ ਪਤਾ ਸੀ ਕਿ ਡੇਰਾ ਬਾਬਾ ਬੰਦਾ ਸਿੰਘ ਵਿੱਚ ਸਿੱਖੀ ਦਾ ਪ੍ਰਚਾਰ ਹੁੰਦਾ ਹੈ ਅਤੇ ਅਨੇਕਾਂ ਬੰਦੇ ਬਾਬਾ ਫਤਿਹ ਸਿੰਘ ਦੀ ਪ੍ਰੇਰਣਾ ਨਾਲ ਮੇਲੇ ਦੇ ਮੌਕੇ ਸਿੰਘ ਸਜਦੇ ਹਨ। ਸਰੋਤਿਓ, ਇੱਕ ਛੋਟੀ ਜੀ ਗੱਲ, ਮੈਨੂੰ ਛੋਟਾ ਜਿਹਾ ਫਰਕ ਇੱਥੇ ਨਜ਼ਰ ਆਉਂਦਾ ਹੈ।
ਇਸ ਅਧਿਆਏ ਦੇ ਵਿੱਚ ਜਿੱਥੇ ਵੀ ਬੰਦਾ ਸਿੰਘ ਦਾ ਨਾਮ ਆਇਆ, ਉਹਦੇ ਨਾਮ ਤੋਂ ਪਹਿਲਾਂ ਬਾਬਾ ਸ਼ਬਦ ਜ਼ਰੂਰ ਵਰਤਿਆ ਗਿਆ, ਜਦ ਕਿ ਬਾਕੀ ਦੀ ਸਾਰੀ ਕਿਤਾਬ ਦੇ ਵਿੱਚ ਇਸ ਤੋਂ ਪਹਿਲਾਂ ਜਿੰਨੇ ਵੀ ਅਧਿਆਏ ਆਪਾਂ ਪੜ੍ਹੇ ਨੇ, ਕਿਸੇ ਵੀ ਜਗ੍ਹਾ ਲੇਖਕ ਨੇ ਬੰਦਾ ਸਿੰਘ ਦੇ ਨਾਮ ਤੋਂ ਪਹਿਲਾਂ ਬਾਬਾ ਸ਼ਬਦ ਨਹੀਂ ਵਰਤਿਆ। ਕੇਵਲ ਇਸ ਅਧਿਆਏ ਦੇ ਵਿੱਚ ਇਹ ਫਰਕ ਕਿਉਂ ਪਿਆ, ਔਰ ਇਸੇ ਅਧਿਆਏ ਦੀ ਜਿਵੇਂ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਵੀ ਗੁਰਮਤ ਦੇ ਸਿਧਾਂਤਾਂ ਦੇ ਨਾਲ ਇਹ ਮੇਲ ਖਾਂਦਾ ਜਾਪਦਾ ਨਹੀਂ ਹੈਗਾ। ਜਿਹੜੀ ਸਿੱਖ ਰਹਿਤ ਮਰਿਆਦਾ ਦੇ ਸਿਧਾਂਤ ਨੇ ਉਹਨਾਂ ਤੋਂ ਇਹ ਪਰੇ ਲੱਗਦਾ। ਤਾਂ ਬੰਦਾ ਸਿੰਘ ਬਾਰ-ਬਾਰ ਇਹੀ ਸ਼ਬਦ ਇਸਤੇਮਾਲ ਕਰਨ ਵਾਲੇ ਲੇਖਕ ਖਾਸ ਤੌਰ ਤੇ ਇਸੇ ਅਧਿਆਏ ਦੇ ਵਿੱਚ ਬਾਬਾ ਬੰਦਾ ਸਿੰਘ ਕਿਉਂ ਲਿਖਦੇ ਪਏ ਨੇ? ਬਾਬਾ ਸ਼ਬਦ ਉਹਨਾਂ ਨੇ ਪਹਿਲਾਂ ਕਿਤੇ ਵੀ ਨਹੀਂ ਲਿਖਿਆ, ਹੁਣ ਕਿਉਂ ਲਿਖਿਆ ਇਸ ਅਧਿਆਏ ਦੇ ਵਿੱਚ? ਇੱਦਾਂ ਲੱਗਦਾ ਵੀ ਜਿਵੇਂ ਇਹ ਅਧਿਆਏ ਕਿਸੇ ਹੋਰ ਦੀ ਲਿਖਤ ਹੋਵੇ ਤੇ ਡਾਕਟਰ ਗੰਡਾ ਸਿੰਘ ਦੇ ਨਾਮ ਮੜ ਦਿੱਤੀ ਗਈ ਹੋਵੇ। ਇਹ ਮੇਰਾ ਇੱਕ ਵਹਿਮ ਵੀ ਹੋ ਸਕਦਾ। ਬਾਕੀ ਸਿੱਖ ਸੰਗਤਾਂ ਇਹਦੇ ਬਾਰੇ ਆਪ ਪੜਚੋਲ ਕਰਨ ਤੇ ਸਿੱਖ ਵਿਦਵਾਨ ਇਹਦੇ ਬਾਰੇ ਥੋੜਾ ਜਿਹਾ ਘੋਖ ਨਾਲ ਪੜਤਾਲ ਕਰਨ। ਅੱਗੇ ਲਿਖਿਆ ਜੀ, ਇਸ ਲਈ ਮਹਾਰਾਜੇ ਨੇ ਉਹਨਾਂ ਨੂੰ ਡੇਰਾ ਸਾਹਿਬ ਦੀ ਸੇਵਾ ਲਈ ਹੇਠ ਲਿਖੀਆਂ ਜਾਗੀਰਾਂ ਦਿੱਤੀਆਂ। ਪਹਿਲੀ, ਮਿਲਖਾਂ ਵਾਲਾ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, 315 ਰੁਪਏ ਸਾਲਾਨਾ। ਦੂਜੀ, ਬੁੱਢਾ ਰਜ਼ਾਦਾ, ਤਹਿਸੀਲ ਵਜ਼ੀਰਾਬਾਦ, ਜ਼ਿਲ੍ਹਾ ਗੁਜਰਾਂਵਾਲ, 525 ਰੁਪਏ ਸਾਲਾਨਾ। ਤੀਜੀ, ਵਜ਼ੀਰਾਬਾਦ ਵਿੱਚ 2 ਖੂਹਾਂ ਦੀ ਜ਼ਮੀਨ। ਚੌਥੀ, 14 ਪਿੰਡ ਅਖਨੂਰ ਅਤੇ ਉਦਮਪੁਰ ਦੇ ਇਲਾਕੇ ਵਿੱਚ। ਇਸ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਦੇ ਇਸ਼ਾਰੇ ਅਨੁਸਾਰ ਜੰਮੂ ਦੇ ਨਾਜ਼ਮ ਰਾਜਾ ਗੁਲਾਬ ਸਿੰਘ ਨੇ 16 ਫੱਗਣ ਸੰਮਤ 1890 ਬਿਕਰਮੀ ਭਾਵ ਫਰਵਰੀ ਸਨ 1834 ਈਸਵੀ ਨੂੰ ਪਿੰਡ ਧਨੌਰ ਵਿੱਚ ਜ਼ਮੀਨਾਂ ਦੀ ਮਾਫੀ ਦਿੱਤੀ, ਜਿਸ ਵਿੱਚ ਕਿ ਡੇਰਾ ਸਾਹਿਬ ਦੀ ਜ਼ਮੀਨ ਵੀ ਸ਼ਾਮਿਲ ਸੀ। ਬਾਬਾ ਫਤਿਹ ਸਿੰਘ ਨੇ ਬੰਦਈ ਸਿੱਖਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੀਆਂ ਲੜਕੀਆਂ ਕੇਵਲ ਬੰਦਈ ਸਿੱਖਾਂ ਨੂੰ ਹੀ ਵਿਆਹੁਣ। ਇਸ ਦਾ ਕਾਰਨ ਇਹ ਸੀ ਕਿ ਇੱਕ ਵਾਰੀ ਬਾਬਾ ਫਤਿਹ ਸਿੰਘ ਦੱਖਣ ਲਹਿੰਦੇ ਦਾ ਦੌਰਾ ਕਰ ਰਹੇ ਸਨ। ਖਾਨੇਵਾਲ ਜ਼ਿਲ੍ਹਾ ਮੁਲਤਾਨ ਦੀ ਇੱਕ ਬੰਦਈ ਸਿੱਖਣੀ ਨੇ ਬਾਬਾ ਜੀ ਨੂੰ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ। ਪ੍ਰਸ਼ਾਦ ਦੇ ਵੇਲੇ ਬਾਬਾ ਜੀ ਨਾਲ ਜੋ ਸੰਗਤ ਆਈ ਉਸ ਦੀ ਗਿਣਤੀ ਜ਼ਿਆਦਾ ਸੀ। ਇਹ ਦੇਖ ਕੇ ਘਰ ਦੇ ਆਦਮੀ ਜੋ ਬੰਦਈ ਨਹੀਂ ਸਨ ਬੂਹੇ ਨੂੰ ਤਾਲਾ ਮਾਰ ਕੇ ਬਾਹਰ ਚਲੇ ਗਏ। ਜਿਸ ਵੇਲੇ ਬਾਬਾ ਜੀ ਪੁੱਜੇ ਤਾਂ ਸਿੱਖਣੀ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਘਰ ਵਿੱਚ ਜੋ ਤਿਆਰ ਸੀ ਸੰਗਤ ਉਸੇ ਨਾਲ ਪ੍ਰਸੰਨ ਹੋ ਗਈ, ਪਰ ਬਾਬਾ ਜੀ ਨੇ ਕਿਹਾ ਕਿ ਅੱਗੇ ਨੂੰ ਬੰਦਈ ਸਿੱਖ ਆਪਣੀ ਲੜਕੀਆਂ ਕੇਵਲ ਬੰਦਈਆਂ ਨੂੰ ਹੀ ਵਿਆਹਿਆ ਕਰਨ। ਹੁਣ ਇੱਥੇ ਵੀ ਗੁਰੂ ਪਿਆਰਿਓ, ਇਹ ਕੋਈ ਗੁਰਮਤ ਦੇ ਸਿਧਾਂਤਾਂ ਦੇ ਅਨੁਕੂਲ ਜਿਹਾ ਨਹੀਂ ਜਾਪਦਾ ਵੀ ਇੱਦਾਂ ਦਾ ਵਿਤਕਰਾ ਕਿਸੇ ਦੇ ਮਨ ਦੇ ਵਿੱਚ ਆਊਗਾ। ਦੂਸਰੀ ਗੱਲ, ਇਹ ਕਹਾਣੀ ਜਿਹੜੀ ਲਿਖੀ ਹੈ ਇਹਦੇ ਵਿੱਚ ਇਹ ਲਿਖਿਆ ਹੈ ਕਿ ਪ੍ਰਸ਼ਾਦ ਦੇ ਵੇਲੇ ਬਾਬਾ ਜੀ ਨਾਲ ਜੋ ਸੰਗਤ ਆਈ ਸੀ ਉਸ ਦੀ ਗਿਣਤੀ ਜ਼ਿਆਦਾ ਸੀ। ਇਹ ਦੇਖ ਕੇ ਘਰ ਦੇ ਆਦਮੀ ਜੋ ਬੰਦਈ ਨਹੀਂ ਸਨ ਬੂਹੇ ਨੂੰ ਤਾਲਾ ਮਾਰ ਕੇ ਬਾਹਰ ਚਲੇ ਗਏ, ਭਾਵ ਘਰ ਨੂੰ ਤਾਲਾ ਲਗਾ ਦਿੱਤਾ, ਲੌਕ ਲਗਾ ਕੇ ਚਲੇ ਗਏ। ਤਾਂ ਅੱਗੇ ਕੀ ਲਿਖਿਆ, ਜਿਸ ਵੇਲੇ ਬਾਬਾ ਜੀ ਪੁੱਜੇ ਤਾਂ ਸਿੱਖਣੀ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਘਰ ਵਿੱਚ ਜੋ ਤਿਆਰ ਸੀ ਸੰਗਤ ਉਸੇ ਨਾਲ ਪ੍ਰਸੰਨ ਹੋ ਗਈ। ਹੁਣ ਘਰ ਨੂੰ ਤਾਂ ਤਾਲਾ ਲੱਗਿਆ ਹੋਇਆ ਸੀ, ਤੇ ਘਰ ਵਿੱਚ ਜੋ ਤਿਆਰ ਸੀ ਸੰਗਤ ਉਸੇ ਨਾਲ ਪ੍ਰਸੰਨ ਕਿਵੇਂ ਹੋ ਗਈ? ਜੋ ਤਿਆਰ ਸੀ ਉਹ ਕਿਵੇਂ ਛਕਾ ਦਿੱਤਾ ਗਿਆ ਹੋਊਗਾ ਜਦਕਿ ਘਰ ਨੂੰ ਤਾਂ ਤਾਲਾ ਲੱਗਿਆ ਸੀ? ਜਾਂ ਤਾਲਾ ਤੋੜਨ ਦਾ ਜ਼ਿਕਰ ਇਹਦੇ ਵਿੱਚ ਨਹੀਂ ਦਿੱਤਾ ਗਿਆ। ਅਗਲੇ ਪਹਿਰੇ ਵਿੱਚ ਲਿਖਿਆ ਜੀ, ਬਾਬਾ ਫਤਿਹ ਸਿੰਘ ਦੇ 4 ਮਹਿਲ ਸਨ। ਇਹ ਗੱਲ ਫੇਰ ਸਰੋਤੇ ਉਹੀ ਆ ਗਈ, ਮੌਜੂਦਾ ਸਿੱਖੀ ਸਿਧਾਂਤਾਂ ਤੋਂ ਇਹ ਉਲਟ ਗੱਲ ਹੈ। ਕਿਵੇਂ ਪੋਸੀਬਲ ਹੈ, ਕਿਵੇਂ ਇਹ ਸੰਭਵ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਜਿੰਨੇ ਵੀ ਮਹਾਨ ਲੋਕ ਹੋਏ ਨੇ, ਜਿੰਨੀਆਂ ਵੀ ਪ੍ਰਮੁੱਖ ਸ਼ਖਸੀਅਤਾਂ ਹੋਈਆਂ ਨੇ, ਈਵਨ ਗੁਰੂ ਸਾਹਿਬਾਂ ਦੇ ਨਾਮ ਦੇ ਨਾਲ ਵੀ ਇਹੀ ਗੱਲਾਂ ਜੋੜੀਆਂ ਗਈਆਂ ਕਿ ਫਲਾਣੇ ਗੁਰੂ ਸਾਹਿਬ ਦੇ 3 ਮਹਿਲ ਸੀ, ਫਲਾਣਿਆਂ ਦੇ 4 ਮਹਿਲ ਸੀ,
ਇਹ ਬੰਦਾ ਸਿੰਘ ਬਹਾਦਰ ਦੇ 2 ਪਤਨੀਆਂ ਸੀਗੀਆਂ, ਉਹਨਾਂ ਦੇ ਵੰਸ਼ ਵਿੱਚੋਂ ਅੱਗੇ ਉਹਨਾਂ ਦੀਆਂ 4 ਪਤਨੀਆਂ ਸੀਗੀਆਂ। ਕਿੱਦਾਂ ਪੋਸੀਬਲ ਹੈ? ਇਹ ਚੀਜ਼ਾਂ ਤਾਂ ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਨੇ। ਅੱਗੇ ਲਿਖਿਆ ਜੀ, 4 ਮਹਿਲਾਂ ਵਿੱਚੋਂ ਪਹਿਲੀ ਜ਼ਿਲ੍ਹਾ ਸਿਆਲਕੋਟ ਦੇ ਸੰਗਿਆਲ ਪਿੰਡ ਦੇ ਇੱਕ ਖੱਤਰੀ ਦੀ ਲੜਕੀ ਕਿਸ਼ਨ ਦੇਵੀ, ਦੂਸਰੀ ਵਜ਼ੀਰਾਬਾਦ ਦੀ ਗੁਲਾਬ ਦੇਵੀ, ਤੀਸਰੀ ਜ਼ਿਲ੍ਹਾ ਝੰਗ ਦੇ ਅਹਿਮਦਪੁਰ ਦੇ ਸ਼ਾਹਨੀ ਖੱਤਰੀ ਦੀ ਲੜਕੀ ਭਾਗ ਭਰੀ ਅਤੇ ਚੌਥੀ ਇਲਾਕਾ ਊਧਮਪੁਰ ਦੇ ਪਿੰਡ ਚੜਿਆਈ ਦੀ ਨਾਰਾਇਣ ਦੇਈ। ਬਾਬਾ ਫਤਿਹ ਸਿੰਘ ਦਾ ਕੇਵਲ ਇੱਕੋ ਪੁੱਤਰ ਪਹਿਲੀ ਇਸਤਰੀ ਤੋਂ ਸੀ, ਪਰ ਉਹ ਛੋਟੀ ਉਮਰੇ ਹੀ ਹੁਕਮ ਸੱਤ ਕਰ ਗਿਆ, ਭਾਵ ਚੜ੍ਹਾਈ ਕਰ ਗਿਆ। ਅੱਗੇ ਬਾਬਾ ਫਤਿਹ ਸਿੰਘ ਤੋਂ ਬਾਅਦ ਦੇ ਗੱਦੀ ਨਸ਼ੀਨਾਂ ਦੇ ਬਾਰੇ ਵੇਰਵਾ ਹੈ। 2 ਹਾੜ ਜੇਠ ਸੁਦੀ 8 ਸੰਮਤ 1902 ਬਿਕਰਮੀ, ਭਾਵ ਜੂਨ 1845 ਨੂੰ ਬਾਬਾ ਫਤਿਹ ਸਿੰਘ ਦੇ ਦੇਹਾਂਤ ਨਾਲ ਬਾਬਾ ਰਣਜੀਤ ਸਿੰਘ ਤੋਂ ਚੱਲੀ ਆ ਰਹੀ ਸਿੱਧੀ ਬੰਸ ਲੜੀ ਦਾ ਅੰਤ ਹੋ ਗਿਆ। ਬਾਬਾ ਫਤਿਹ ਸਿੰਘ ਦੇ ਛੋਟੇ ਭਾਈ ਸੁਚੇਤ ਸਿੰਘ ਪਹਿਲੇ ਹੀ ਸੰਤਾਨਹੀਣ ਗੁਜ਼ਰ ਚੁੱਕੇ ਸਨ। ਇਸ ਲਈ ਬੰਦਈ ਸਿੱਖਾਂ ਦੀ ਅਗਵਾਈ ਬਾਬਾ ਰਣਜੀਤ ਸਿੰਘ ਦੇ ਦੂਸਰੇ ਪੁੱਤਰ ਜ਼ੋਰਾਵਰ ਸਿੰਘ ਦੇ ਬੰਸ ਦੀ ਸੌਂਪਣਾ ਵਿੱਚ ਹੋ ਗਈ। ਆਮ ਹਾਲਾਤਾਂ ਵਿੱਚ ਬਾਬਾ ਜ਼ੋਰਾਵਰ ਸਿੰਘ ਦੇ ਪੁੱਤਰ ਅਰਜੁਨ ਸਿੰਘ ਦਾ ਵੱਡਾ ਪੁੱਤਰ ਖੜਕ ਸਿੰਘ ਚੁਣਿਆ ਜਾਣਾ ਚਾਹੀਦਾ ਸੀ, ਪਰ ਚੂੰਕਿ ਗੱਦੀ ਨਸ਼ੀਨੀ ਲਈ ਕੁਝ ਝਗੜਾ ਜਿਹਾ ਛਿੜ ਪਿਆ, ਇਸ ਲਈ ਬਾਬਾ ਫਤਿਹ ਸਿੰਘ ਦੀ ਇਸਤਰੀ ਗੁਲਾਬ ਦੇਈ ਵੱਲੋਂ ਟਿਕਿਆ ਹੋਇਆ ਖੜਕ ਸਿੰਘ ਦਾ ਛੋਟਾ ਭਾਈ ਅਮੀਰ ਸਿੰਘ ਚੁਣਿਆ ਗਿਆ। ਦੁਬਾਰਾ ਪੜ੍ਹਦਾ ਜੀ। ਕੁਝ ਝਗੜਾ ਛਿੜ ਪਿਆ, ਇਸ ਲਈ ਬਾਬਾ ਫਤਿਹ ਸਿੰਘ ਦੀ ਇਸਤਰੀ ਗੁਲਾਬ ਦੇਈ ਵੱਲੋਂ ਟਿਕਿਆ ਹੋਇਆ ਖੜਕ ਸਿੰਘ ਦਾ ਛੋਟਾ ਭਾਈ ਅਮੀਰ ਸਿੰਘ ਚੁਣਿਆ ਗਿਆ। ਇੱਥੋਂ ਟਿਕਿਆ ਹੋਇਆ ਦਾ ਕੀ ਭਾਵ ਹੈ, ਸਮਝ ਨਹੀਂ ਆਈ। ਅਮੀਰ ਸਿੰਘ ਦਾ ਇੱਕੋ ਪੁੱਤਰ ਪਹਾੜ ਸਿੰਘ ਸੀ, ਜਿਸ ਦੀ ਕੋਈ ਸੰਤਾਨ ਨਹੀਂ ਸੀ। ਇਸ ਲਈ ਡੇਰੇ ਦੀ ਗੱਦੀ ਖੜਕ ਸਿੰਘ ਦੇ ਇਕਲੌਤੇ ਪੁੱਤਰ ਦਇਆ ਸਿੰਘ ਨੂੰ ਮਿਲੀ। ਦਇਆ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਦੇ ਪੁੱਤਰਾਂ ਤੇਜਾ ਸਿੰਘ ਅਤੇ ਅਤਰ ਸਿੰਘ ਵਿਚਕਾਰ ਮੁਕੱਦਮਾ ਚੱਲ ਪਿਆ। ਅਦਾਲਤ ਵੱਲੋਂ ਤਜਵੀਜ਼ ਹੋਣ ਪਰ ਬੰਦਈ ਸਿੱਖਾਂ ਦੀ ਪੰਚਾਇਤ ਹੋਈ, ਜਿਸ ਨੇ ਵੱਡੇ ਭਾਈ ਤੇਜਾ ਸਿੰਘ ਦੇ ਹੱਕ ਵਿੱਚ ਫੈਸਲਾ ਕੀਤਾ। ਭਾਈ ਅਤਰ ਸਿੰਘ, ਸੋਹਣ ਸਿੰਘ ਅਤੇ ਸੁਜਾਨ ਸਿੰਘ ਲਈ ਮਾਹਵਾਰੀ ਰਕਮਾਂ ਨਿਯਤ ਕਰ ਦਿੱਤੀਆਂ ਗਈਆਂ। ਤੇਜਾ ਸਿੰਘ ਜੀ ਤੋਂ ਬਾਅਦ ਅਤਰ ਸਿੰਘ ਜੀ ਗੱਦੀ ਨਸ਼ੀਨ ਹੋਏ। ਅਤਰ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਸਭ ਤੋਂ ਛੋਟੇ ਭਾਈ ਸੁਜਾਨ ਸਿੰਘ ਦੇ ਪੁੱਤਰ ਬਾਬਾ ਸਰਦੂਲ ਸਿੰਘ ਗੱਦੀ ਨਸ਼ੀਨ ਹੋਏ। ਅੱਗੇ ਇਹਨਾਂ ਬਾਬਾ ਸਰਦੂਲ ਸਿੰਘ ਜੀ ਦੇ ਬਾਰੇ ਜ਼ਿਕਰ ਹੈ ਕਿ ਬਾਬਾ ਸਰਦੂਲ ਸਿੰਘ ਅੱਗੇ ਵਧੂ ਖਿਆਲਾਂ ਦੇ ਹੋਣਹਾਰ ਨੌਜਵਾਨ ਸਨ। ਇਹਨਾਂ ਨੇ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ ਅਤੇ ਸਿੱਖ ਧਰਮ ਦੇ ਅਤੇ ਇਤਿਹਾਸ ਦੇ ਚੰਗੇ ਜਾਣੂ ਸਨ। ਇਹਨਾਂ ਦੇ ਵੇਲੇ ਇਸ ਪੁਸਤਕ ਦੇ ਲਿਖਾਰੀ ਨੇ ਡੇਰਾ ਬਾਬਾ ਬੰਦਾ ਸਿੰਘ ਦੇ ਦਰਸ਼ਨ ਕੀਤੇ ਸਨ ਅਤੇ 3 ਦਿਨ 31 ਜਨਵਰੀ ਤੋਂ 2 ਫਰਵਰੀ 1935 ਉੱਥੇ ਰਹਿ ਕੇ ਆਪਣੀ ਅੱਖੀਂ ਸਾਰੀ ਰਹੁ ਰੀਤ ਦੇਖੀ ਸੀ, ਜੋ ਸਿੱਖ ਧਰਮ ਦੇ ਅਸੂਲਾਂ ਅਤੇ ਰਿਵਾਇਤਾਂ ਦੇ ਅਨੁਕੂਲ ਸੀ। ਡੇਰਾ ਸਾਹਿਬ ਅਤੇ ਬੰਗਲਾ ਸਾਹਿਬ ਦੋਨੋਂ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਪਾਠ ਹੁੰਦਾ ਸੀ। ਸਵੇਰੇ ਕੀਰਤਨ ਅਤੇ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ 10 ਪਾਤਸ਼ਾਹੀਆਂ ਦਾ ਅਰਦਾਸਾ ਹੁੰਦਾ ਸੀ ਅਤੇ ਉਸ ਤੋਂ ਬਾਅਦ ਇਹੋ ਦੋਹਰਾ ਪੜ੍ਹਿਆ ਜਾਂਦਾ ਸੀ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਇਨੋ ਮੈਂ ਲੇ। ਅੱਜ ਕੱਲ੍ਹ ਅਸੀਂ ਸਰੋਤਿਓ ਦੇਖਦੇ ਹਾਂ ਵੀ ਇੱਥੇ ਇਨੋ ਸ਼ਬਦ ਨਹੀਂ ਵਰਤਿਆ ਜਾਂਦਾ। ਇੱਥੇ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੇ। ਅਸੀਂ ਕਹਿੰਦੇ ਹਾਂ ਸ਼ਬਦ ਮੈਂ ਲੇ, ਤੇ ਇਹਨਾਂ ਨੇ ਲਿਖਿਆ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਇਨੋ ਮੈਂ ਲੇ। ਹੋ ਸਕਦਾ ਇਹ ਸਮੇਂ ਨਾਲ ਤਬਦੀਲੀ ਆਈ ਹੋਵੇ, ਪਰ ਕੀ ਇਹ ਦੋਹਰਾ ਜਿਹੜਾ ਅਸੀਂ ਪੜ੍ਹਦੇ ਹਾਂ, ਕੀ ਇਹ ਕਿਤੇ ਲਿਖਤ ਦੇ ਵਿੱਚ ਨਹੀਂ ਹੈ? ਜੇ ਹੈ ਤਾਂ ਉੱਥੇ ਕੀ ਲਿਖਿਆ ਗਿਆ, ਇਹ ਫਰਕ ਕਿਵੇਂ ਆਇਆ, ਇਹ ਵੀ ਇੱਕ ਖੋਜ ਦਾ ਵਿਸ਼ਾ। ਇਸ ਤੋਂ ਅੱਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਂਦੀ ਅਤੇ ਸਤਿ ਸ੍ਰੀ ਅਕਾਲ ਦੇ 3 ਜੈਕਾਰੇ ਗਜਾਏ ਜਾਂਦੇ ਸਨ। ਅੱਜ ਦੇ ਸਮੇਂ ਜਾਂ ਤਾਂ 1 ਜਾਂ 5 ਜੈਕਾਰੇ ਲਗਾਏ ਜਾਂਦੇ ਨੇ। ਇਹ 3 ਜੈਕਾਰਿਆਂ ਦੀ ਰਿਵਾਇਤ ਕਦੋਂ ਤੇ ਕਿਉਂ ਪਈ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਗਰ ਸਰੋਤਿਆਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ, ਉਹਨਾਂ ਨੇ ਕਿਤੇ ਪੜ੍ਹਿਆ ਹੋਵੇ ਕਿ ਇਤਿਹਾਸ ਦੇ ਵਿੱਚ ਕਿਸੇ ਸਮੇਂ 3 ਜੈਕਾਰੇ ਵੀ ਲਗਾਏ ਜਾਂਦੇ ਸਨ, ਤਾਂ ਉਹਦੇ ਬਾਰੇ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਓ। ਅੱਗੇ ਲਿਖਿਆ ਹੈ, ਸ਼ਾਮ ਦੇ ਦੀਵਾਨ ਵਿੱਚ ਰਹਿਰਾਸ ਸਾਹਿਬ ਤੋਂ ਬਾਹਰ ਪੜ੍ਹੇ ਜਾਂਦੇ ਦੋਹਰਿਆਂ, ਫਤਿਹ ਅਤੇ ਜੈਕਾਰਿਆਂ ਦੇ ਪਿੱਛੋਂ ਹੇਠ ਲਿਖੇ ਵਾਕ ਵੀ ਪੜ੍ਹੇ ਜਾਂਦੇ ਸਨ। ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਜੀ, ਤੂੰ ਹੀ ਗੁਰੂ ਗੋਬਿੰਦ ਸਿੰਘ ਜੀ। ਚੱਕਰ ਤੇਰੇ ਗੁਰੂ ਗੋਬਿੰਦ ਸਿੰਘ ਜੀ, ਘੋੜੇ ਤੇਰੇ ਗੁਰੂ ਗੋਬਿੰਦ ਸਿੰਘ ਜੀ। ਫੌਜਾਂ ਤੇਰੀਆਂ ਗੁਰੂ ਗੋਬਿੰਦ ਸਿੰਘ ਜੀ, ਸੰਗਤੀ ਤੇਰੀਆਂ ਗੁਰੂ ਗੋਬਿੰਦ ਸਿੰਘ ਜੀ। ਬਾਜਾਂ ਵਾਲਾ ਗੁਰੂ ਗੋਬਿੰਦ ਸਿੰਘ ਜੀ, ਕਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਜੀ। ਦਰਬਾਰ ਵਾਲਾ ਗੁਰੂ ਗੋਬਿੰਦ ਸਿੰਘ ਜੀ, ਬੰਗਲੇ ਵਾਲਾ ਸਾਹਿਬ ਰਣਜੀਤ ਸਿੰਘ ਜੀ। ਮਹਿਲਾਂ ਵਾਲਾ ਬਾਬਾ ਜੁਝਾਰ ਸਿੰਘ ਜੀ, ਸੰਗਤੀ ਵਾਲਾ ਬਾਬਾ ਫਤਿਹ ਸਿੰਘ ਜੀ। ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਜੀ, ਤੂੰ ਹੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇੱਥੇ ਵੀ ਇੱਕ ਇਹ ਮਿਲਗੋਬਾ ਜਿਹਾ ਕੀਤਾ ਹੋਇਆ ਗੁਰੂ ਸਾਹਿਬਾਂ ਦੀ ਉਸਤਤ ਦੇ ਵਿੱਚ ਨਾਲੋਂ ਨਾਲ ਬੰਦਾ ਸਿੰਘ ਬਹਾਦਰ ਦੇ ਦੂਸਰੇ ਵਿਆਹ ਦੇ ਪੁੱਤਰ ਰਣਜੀਤ ਸਿੰਘ ਦੀ ਵੀ ਸੋਭਾ ਮਹਿਮਾ ਇਹਦੇ ਵਿੱਚ ਅੰਕਿਤ ਹੈ। ਗਾਂ ਉਸ ਦੇ ਬੰਸ਼ ਦੇ ਵਿੱਚੋਂ ਜੁਝਾਰ ਸਿੰਘ, ਫਤਿਹ ਸਿੰਘ, ਇਹਨਾਂ ਨੂੰ ਵੀ ਵਿੱਚ ਹੀ ਸ਼ਾਮਿਲ ਕੀਤਾ ਹੋਇਆ। ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਜੀ, ਤੂੰ ਹੀ ਗੁਰੂ ਗੋਬਿੰਦ ਸਿੰਘ ਜੀ। ਤਾਂ ਇਹ ਸਾਰਾ ਮਿਲਗੋਬਾ ਜਿਹਾ ਨਜ਼ਰ ਆਉਂਦਾ। ਅੱਗੇ ਲਿਖਿਆ ਜੀ, ਬਾਬਾ ਫਤਿਹ ਸਿੰਘ ਤੋਂ ਬਾਅਦ ਹੋਰ ਕਿਸੇ ਦਾ ਨਾਮ ਨਹੀਂ ਸੀ ਲਿਆ ਜਾਂਦਾ। ਸਨ 1947 ਦੀ ਗੜਬੜ ਵੇਲੇ ਬਾਬਾ ਸਰਦੂਲ ਸਿੰਘ ਜੀ ਨੇ ਪਾਕਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਨੂੰ ਮੁੜ ਵਸਾਉਣ ਵਿੱਚ ਬੜੀ ਸਹਾਇਤਾ ਕੀਤੀ। 6 ਅਪ੍ਰੈਲ 1948 ਨੂੰ ਬੰਬਈ ਵਿੱਚ ਆਪ ਦਾ ਦੇਹਾਂਤ ਹੋ ਗਿਆ। ਅੱਜ ਕੱਲ੍ਹ ਉਹਨਾਂ ਦੇ ਪੁੱਤਰ ਬਾਬਾ ਜਤਿੰਦਰਪਾਲ ਸਿੰਘ ਰੋਹਤਕ ਵਿੱਚ ਹਨ, ਜਿਨ੍ਹਾਂ ਦਾ ਜਨਮ 2 ਅਕਤੂਬਰ ਸਨ 1944 ਨੂੰ ਹੋਇਆ ਸੀ। ਇੱਥੇ ਇਸ ਅਧਿਆਏ ਦੀ ਸਮਾਪਤੀ ਹੈ। ਅਗਲਾ ਅਧਿਆਏ ਬਾਬਾ ਸਰਦੂਲ ਸਿੰਘ ਜੀ ਦੀ ਲਿਖਤ, ਜਿਹੜਾ ਕਿ ਉਰਦੂ ਅਸਲ ਤੋਂ ਉਲੱਥਾ ਕੀਤਾ ਗਿਆ ਹੈ। ਇਸ ਦੀ ਫੋਟੋ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਇਸ ਵਿੱਚ ਲਿਖਿਆ ਹੈ, ਡੇਰਾ ਬਾਬਾ ਬੰਦਾ ਸਿੰਘ ਸਾਹਿਬ, ਡਾਕਖਾਨਾ ਰਿਆਸੀ, ਰਿਆਸਤ ਜੰਮੂ, ਮਿਤੀ 19 ਮਾਘ ਸੰਮਤ 1991 ਬਿਕਰਮੀ। ਸਾਡੇ ਬਜ਼ੁਰਗ ਬਾਬਾ ਬੰਦਾ ਸਿੰਘ, ਪ੍ਰਸਿੱਧ ਬਾਬਾ ਬੰਦਾ ਸਿੰਘ ਬਹਾਦਰ, ਸੰਮਤ 1765 ਬਿਕਰਮੀ ਨੂੰ ਨਾਂਦੇੜ ਦੇ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਹੱਥਾਂ ਤੋਂ ਅੰਮ੍ਰਿਤ ਛਕ ਕੇ ਨਿਯਮ ਅਨੁਸਾਰ ਸਿੰਘ ਸਜੇ ਅਤੇ ਬੈਰਾਗੀ ਪੰਥ ਤੋਂ ਸਦਾ ਲਈ ਅੱਡ ਹੋ ਕੇ ਗੁਰੂ ਸਾਹਿਬਾਂ ਦੇ ਸਿੱਖ ਬਣੇ। ਉਹਨਾਂ ਤੋਂ ਬਾਅਦ ਉਹਨਾਂ ਦੀ ਸਾਰੀ ਸੰਤਾਨ ਗੁਰੂ ਸਾਹਿਬਾਂ ਦੀ ਸਿੱਖ ਰਹੀ ਅਤੇ ਹੁਣ ਤੱਕ ਹੈ। ਸਾਹਿਬ ਬੰਦਾ ਸਿੰਘ ਬਹਾਦਰ ਆਪਣੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ ਪੰਜਾਬ ਆਏ ਅਤੇ ਗੁਰੂ ਸਾਹਿਬ ਦੀ ਆਗਿਆ ਪਾਲਣ ਕਰਨ ਵਿੱਚ ਆਪਣੀ ਜਾਨ ਤੱਕ ਕੁਰਬਾਨ ਕਰ ਗਏ। ਸੇਵਾ ਦੇ ਸਮੇਂ ਵਿੱਚ ਉਹਨਾਂ ਨੇ ਕਦੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਦੀ ਨਸ਼ੀਨ ਗੁਰੂ ਨਹੀਂ ਕਹਾਇਆ ਅਤੇ ਹੁਣ ਤੱਕ ਉਹ ਅਤੇ ਉਹਨਾਂ ਦੇ ਸਾਰੇ ਗੱਦੀ ਨਸ਼ੀਨ ਬਾਬਾ ਪਦਵੀ ਨਾਲ ਪ੍ਰਸਿੱਧ ਹਨ। ਬਾਬਾ ਬੰਦਾ ਸਿੰਘ ਬਹਾਦਰ ਅਤੇ ਖਾਲਸੇ ਦੇ ਦਰਮਿਆਨ ਕੋਈ ਝਗੜਾ ਨਹੀਂ ਹੋਇਆ ਅਤੇ ਨਾ ਹੀ ਖਾਲਸੇ ਨੇ ਕਦੀ ਉਹਨਾਂ ਦਾ ਸਾਥ ਛੱਡਿਆ, ਬਲਕਿ ਅੰਤਮ ਦਿਨਾਂ ਤੱਕ 800 ਦੇ ਲਗਭਗ ਖਾਲਸੇ ਉਹਨਾਂ ਦੀ ਤਾਬੇਦਾਰੀ ਵਿੱਚ ਉਹਨਾਂ ਦੇ ਨਾਲ ਦਿੱਲੀ ਵਿੱਚ ਸ਼ਹੀਦ ਹੋ ਗਏ ਅਤੇ ਕਿਸੇ ਇੱਕ ਨੇ ਵੀ ਆਪਣੀ ਜਾਨ ਬਚਾਉਣ ਲਈ ਖਾਲਸਾ ਧਰਮ ਤੋਂ ਨਾ ਨੁੱਕਰ ਨਹੀਂ ਕੀਤੀ। ਬਾਬਾ ਬੰਦਾ ਸਿੰਘ ਸਾਹਿਬ ਦੇ ਦੇਹਾਂਤ ਦੇ ਪਿੱਛੋਂ ਜੋ ਝਗੜੇ ਤੱਤ ਖਾਲਸੇ ਅਤੇ ਬੰਦਈ ਖਾਲਸੇ ਦੇ ਵਿਚਕਾਰ ਹੋਏ,
ਉਹਨਾਂ ਦਾ ਬਾਬਾ ਸਾਹਿਬ ਦੀ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ। ਦਸਤਖਤ ਬਾਬਾ ਸਰਦੂਲ ਸਿੰਘ ਸੋਢੀ, ਗੱਦੀ ਨਸ਼ੀਨ, ਡੇਰਾ ਬਾਬਾ ਬੰਦਾ ਸਿੰਘ ਸਾਹਿਬ, ਮਿਤੀ 19 ਮਾਘ 1991 ਬਿਕਰਮੀ, 1 ਫਰਵਰੀ 1935 ਈਸਵੀ। ਇਸ ਤੋਂ ਅੱਗੇ ਇਸ ਪੁਸਤਕ ਦੀ ਅੰਤਿਕਾ ਪਹਿਲੀ ਲਿਖੀ ਹੈ, ਮੈਂ ਤੁਹਾਡੇ ਨਾਲ ਹੀ ਪੜ੍ਹ ਕੇ ਸਾਂਝੀ ਕਰਦਾ। ਅੰਤਿਕਾ ਪਹਿਲੀ ਬੰਦਾ ਸਿੰਘ ਦੀਆਂ ਯਾਦਗਾਰਾਂ। ਡੇਰਾ ਬਾਬਾ ਬੰਦਾ ਸਾਹਿਬ। ਬਾਬਾ ਬੰਦਾ ਸਿੰਘ ਦੀ ਵੱਡੀ ਯਾਦਗਾਰ ਡੇਰਾ ਬਾਬਾ ਬੰਦਾ ਹੈ, ਜੋ ਡੇਰਾ ਸਾਹਿਬ ਜਾਂ ਡੇਰਾ ਕਰਕੇ ਪ੍ਰਸਿੱਧ ਹੈ। ਇਹ ਜੰਮੂ ਦੇ ਪਹਾੜੀ ਇਲਾਕੇ ਵਿੱਚ ਕਟੜੇ ਤੋਂ 7 ਕੋਹ ਅਤੇ ਰਿਆਸੀ ਤੋਂ ਸਿੱਧਾ ਦੱਖਣ ਨੂੰ 4.5 ਕੋਹ ਹੈ। ਡੇਰਾ ਸਾਹਿਬ ਦੇ ਲਹਿੰਦਿਓਂ ਦੱਖਣ ਨੂੰ ਝਨਾਹ ਵਗਦੀ ਹੈ। ਝਨਾਹ ਇੱਕ ਦਰਿਆ ਦਾ ਨਾਮ ਹੈ, ਸਰੋਤਿਓ ਤੁਹਾਨੂੰ ਪਤਾ ਹੀ ਹੋਣਾ। ਨਵੇਂ ਬੱਚਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਪੰਜਾਬ ਦਾ ਨਾਮ 5 ਦਰਿਆਵਾਂ ਦੀ ਧਰਤੀ ਹੋਣ ਕਰਕੇ ਪੰਜਾਬ ਰੱਖਿਆ ਗਿਆ। 5 ਆਬ, ਆਬ ਤੋਂ ਭਾਵ ਹੈ ਪਾਣੀ, 5 ਤੋਂ ਭਾਵ ਹੈ 5, 5 ਪਾਣੀਆਂ ਦੀ ਧਰਤੀ ਨੂੰ 5 ਆਬ ਯਾਨੀ ਪੰਜਾਬ ਕਿਹਾ ਜਾਂਦਾ। ਇਹਦੇ ਵਿੱਚ ਕਿਹੜੇ ਕਿਹੜੇ ਦਰਿਆ ਸੀ, ਬਹੁਤ ਲੋਕਾਂ ਨੂੰ ਇਹਦਾ ਨਹੀਂ ਪਤਾ। ਮੈਂ ਛੋਟੇ ਹੁੰਦਿਆਂ ਜਲੰਧਰ ਦੂਰਦਰਸ਼ਨ ਦੇ ਉੱਪਰ ਇੱਕ ਦੇਸ਼ ਭਗਤੀ ਦਾ ਛੋਟਾ ਜਿਹਾ ਗੀਤ ਪੰਜਾਬ ਦੀ ਸਿਫਤ ਕਰਦਾ ਹੋਇਆ ਸੁਣਿਆ ਸੀ, ਜਿਹਦੇ ਹਾਲੇ ਤੱਕ ਬੋਲ ਮੈਨੂੰ ਯਾਦ ਨੇ। ਉਹਦੇ ਵਿੱਚ ਇਹਨਾਂ 5 ਦਰਿਆਵਾਂ ਦੇ ਨਾਮ ਆਏ ਸੀ। ਉਸ ਮਿੱਠੇ ਜਿਹੇ ਗੀਤ ਦੇ ਬੋਲ ਇਹ ਸੀਗੇ, ਸਤਲੁਜ, ਰਾਵੀ, ਜੇਹਲਮ, ਅਟਕ ਝਨਾਬ ਨੀ ਸਈਓ, ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ। ਪਤਾ ਨਹੀਂ ਇਹ ਕਿਸ ਲਿਖਾਰੀ ਦੀ, ਕਿਸ ਕਵੀ ਦੀ ਲਿਖੀ ਹੋਈ ਹੈ। ਤਾਂ ਇਸ ਇੱਕ ਬੋਲ ਦੇ ਵਿੱਚ ਉਹਨਾਂ 5 ਪਾਣੀਆਂ ਦਾ ਜ਼ਿਕਰ ਆ ਗਿਆ, ਜਿਨ੍ਹਾਂ ਦੇ ਕਰਕੇ ਇਹ ਪੰਜਾਬ ਇਹਦਾ ਨਾਮ ਪਿਆ। ਹਾਂਜੀ, ਆਓ ਅੱਗੇ ਪੜ੍ਹਦੇ ਹਾਂ। ਡੇਰਾ ਸਾਹਿਬ ਦੇ ਲਹਿੰਦਿਓਂ ਦੱਖਣ ਨੂੰ ਝਨਾਹ ਵਗਦੀ ਹੈ, ਜੋ ਇੱਥੋਂ ਥੋੜ੍ਹੀ ਦੂਰ ਦੱਖਣ ਚੜ੍ਹਦੇ ਜਾ ਕੇ ਥੋੜ੍ਹਾ ਜਿਹਾ ਦੱਖਣ ਲਹਿੰਦੇ ਨੂੰ ਮੁੜ ਕੇ ਸਿੱਧੀ ਦੱਖਣ ਨੂੰ ਕਿਦਰਪੁਰ ਅਖਨੂਰ ਵੱਲ ਨੂੰ ਹੋ ਪੈਂਦੀ ਹੈ। ਡੇਰਾ ਸਾਹਿਬ ਦੀ ਬਸਤੀ ਦੇ ਚੜ੍ਹਦੇ ਨੂੰ 1 ਮੀਲ ਤੇ ਸੇਰੀ ਪਿੰਡ ਹੈ, ਲਹਿੰਦੇ ਨੂੰ 2 ਮੀਲ ਤੇ ਭੱਬਰ ਅਤੇ ਉੱਤਰ ਨੂੰ 1.5 ਮੀਲ ਤੇ ਮਨਸੂਹ ਹੈ। ਖਾਸ ਡੇਰਾ ਸਾਹਿਬ ਤੋਂ ਵੱਖ ਇੱਥੇ ਇੱਕ ਅਸਥਾਨ ਥੜਾ ਸਾਹਿਬ ਹੈ, ਜਿੱਥੇ ਕਿ ਬਾਬਾ ਬੰਦਾ ਸਿੰਘ ਨੇ ਪਹਿਲੋਂ ਪਹਿਲ ਆਪਣਾ ਬਰਛਾ ਗੱਡਿਆ ਸੀ। ਦੂਸਰਾ ਯਾਦਗਾਰੀ ਅਸਥਾਨ ਬੰਗਲਾ ਸਾਹਿਬ ਹੈ, ਜੋ ਬਾਬਾ ਰਣਜੀਤ ਸਿੰਘ ਦੀ ਯਾਦ ਵਿੱਚ ਹੈ। ਖਾਸ ਡੇਰਾ ਸਾਹਿਬ ਦੇ ਅੰਦਰ ਦਰਮਿਆਨ ਵਿੱਚ ਬਾਬਾ ਬੰਦਾ ਸਿੰਘ ਦਾ ਇੱਕ ਪਲੰਗ ਰੱਖਿਆ ਹੋਇਆ ਹੈ, ਜਿਸ ਦੇ ਮੈਂ 30 ਜਨਵਰੀ ਅਤੇ 1 ਫਰਵਰੀ ਸਨ 1935 ਨੂੰ ਦਰਸ਼ਨ ਕੀਤੇ ਸਨ। ਚੜ੍ਹਦੇ ਪਾਸੇ ਦੀਵਾਰ ਉੱਤੇ ਹੇਠ ਉੱਪਰ 2 ਤਸਵੀਰਾਂ ਸਨ। ਉੱਪਰਲੀ ਤਸਵੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਚਾਂਦਨੀ ਹੇਠਾਂ ਕੁਰਸੀ ਪਰ ਬੈਠੇ ਸਨ ਅਤੇ ਦੂਸਰੀ ਹੇਠਲੀ ਵਿੱਚ ਖਾਲਸਾ ਫੌਜ ਸੀ ਅਤੇ ਮਹਾਰਾਜਾ ਸਾਹਿਬ ਹਾਥੀ ਪਰ ਅਸਵਾਰ ਸਨ। ਲਹਿੰਦੇ ਪਾਸੇ ਤਾਕ ਦੇ ਉੱਪਰ ਬਾਬਾ ਬੰਦਾ ਸਿੰਘ ਦੀ ਤਸਵੀਰ ਸੀ, ਜਿਸ ਵਿੱਚ ਉਹ ਤਕੀਆ ਲਾਈ ਬੈਠੇ ਸਨ। ਦਾੜਾ ਚਿੱਟਾ ਦਿਖਾਇਆ ਹੋਇਆ ਸੀ। ਉਹਨਾਂ ਦੇ ਸੱਜੇ ਹੱਥ 3 ਸਿੰਘ ਤਕੀਆ ਲਾਈ ਬੈਠੇ ਸਨ ਅਤੇ ਖੱਬੇ ਹੱਥ ਬਾਬਾ ਜੀ ਦੇ ਨਾਲ 1 ਸਿੰਘ ਕਲਗੀ ਵਾਲੇ ਤਕੀਆ ਲਾਈ ਬੈਠੇ ਸਨ ਅਤੇ ਉਹਨਾਂ ਦੇ ਨਾਲ ਅੱਗੇ 1 ਸਿੰਘ ਕਲਗੀ ਸਜਾਈ ਬਿਨਾਂ ਸਰਾਣੇ ਦੇ ਬੈਠੇ ਸਨ। ਬਾਬਾ ਜੀ ਦੇ ਖੱਬੇ ਪਾਸੇ ਜ਼ਰਾ ਪਿੱਛੇ ਨੂੰ ਹਟਵਾਂ ਚੌਰੀ ਦਰਬਾਰ ਸੀ। ਸਰੋਤਿਓ, ਕਿੰਨੀ ਅਚਰਜ ਦੀ ਗੱਲ ਹੈ ਕਿ 1935 ਦੀ ਇਹ ਵਿਥਿਆ ਲਿਖਦੇ ਪਏ ਨੇ ਡਾਕਟਰ ਗੰਡਾ ਸਿੰਘ। ਇਹਨਾਂ ਨੇ ਉੱਥੇ 2 ਤਸਵੀਰਾਂ ਦੇਖੀਆਂ ਤੇ ਸਾਨੂੰ ਇਹ ਲਿਖਤ ਰੂਪ ਦੇ ਵਿੱਚ ਉਸ ਤਸਵੀਰ ਦਾ ਵੇਰਵਾ ਦੇ ਰਹੇ ਨੇ। ਭਾਵ ਉਦੋਂ ਕੈਮਰੇ ਨਹੀਂ ਹੋਣੇ, ਇਹਨਾਂ ਨੇ ਉਹ ਤਸਵੀਰ ਖਿੱਚ ਕੇ ਨਹੀਂ ਲਿਆਂਦੀ। ਜੇ ਲਿਆਂਦੀ ਹੁੰਦੀ ਤਾਂ ਉਹ ਤਸਵੀਰ ਇਸ ਕਿਤਾਬ ਦੇ ਵਿੱਚ ਛਪੀ ਹੁੰਦੀ। ਦੂਸਰਾ, ਮੈਂ ਇਹ ਸੋਚਣਾ ਕਿ ਇਹ ਕਿਤਾਬ ਤਾਂ ਬਹੁਤ ਲੇਟ ਛਪੀ ਹੈ। ਪਹਿਲਾ ਸੰਸਕਰਣ ਇਹਦਾ 1964 ਦੇ ਵਿੱਚ ਛਪਿਆ ਤੇ ਦੂਸਰਾ ਸੰਸਕਰਣ ਜਿਹੜਾ ਮੇਰੇ ਹੱਥ ਵਿੱਚ ਹੈ
ਉਹ ਸਨ 2010 ਦੇ ਵਿੱਚ ਛਪਿਆ। ਅਤੇ ਸਨ 2010 ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਦੇ ਟੀਮਾਂ ਦੇ ਕੋਲ, ਇਹਨਾਂ ਦੇ ਕਰਿੰਦਿਆਂ ਦੇ ਕੋਲ ਕੈਮਰੇ ਜ਼ਰੂਰ ਹੋਣਗੇ। ਉਸ ਸਥਾਨ ਤੋਂ ਇਹਨਾਂ ਨੇ ਉਹ ਫੋਟੋਆਂ ਕਿਉਂ ਨਹੀਂ ਕਲਿੱਕ ਕਰਕੇ ਮੰਗਵਾਈਆਂ, ਉਹ ਜ਼ਰੂਰ ਮੰਗਵਾ ਕੇ ਇਹਦੇ ਅਗਲੇ ਸੰਸਕਰਣਾਂ ਦੇ ਵਿੱਚ ਲਾਉਣੀਆਂ ਚਾਹੀਦੀਆਂ। ਇਸ ਤੋਂ ਅੱਗੇ ਡਾਕਟਰ ਸਾਹਿਬ ਲਿਖਦੇ ਨੇ, ਇਹ ਸਭ ਕੁਝ ਮੈਂ ਸਨ 1935 ਦੀ ਯਾਦ ਅਨੁਸਾਰ ਲਿਖਿਆ ਹੈ। ਇਸ ਤੋਂ ਅੱਗੇ ਦੂਸਰੀ ਯਾਦਗਾਰ ਦਾ ਵੇਰਵਾ ਹੈ, ਜਿਹੜੇ ਕਿ ਬਸਰਾਮਪੁਰ ਵਿੱਚ ਹੈ। ਜਲੰਧਰ ਦੇ ਜ਼ਿਲ੍ਹੇ ਵਿੱਚ ਸ਼ਹਿਰ ਜਲੰਧਰ ਤੋਂ ਚੜ੍ਹਦੀ ਵੱਲ ਅਤੇ ਛਾਉਣੀਓਂ ਉੱਤਰ ਚੜ੍ਹਦੇ ਨੂੰ ਬਸਰਾਮਪੁਰ ਪਿੰਡ ਦੀ ਜ਼ਮੀਨ ਵਿੱਚ ਇੱਕ ਬੜਾ ਪੁਰਾਣਾ ਪਿੱਪਲ ਹੈ, ਜਿਸ ਦੀ ਕਈ ਚਿਰ ਤੋਂ ਮਨੌਤ ਹੁੰਦੀ ਹੈ। ਕਹਿੰਦੇ ਹਨ ਕਿ ਇੱਥੇ ਕਿਸੇ ਵੇਲੇ ਬਾਬਾ ਬੰਦਾ ਸਿੰਘ ਦਾ ਡੇਰਾ ਸੀ। ਇਸ ਨੂੰ ਥੇ ਬਾਬੇ ਬੰਦੇ ਵਾਲੀ ਅਤੇ ਥੇ ਕਾਨੂੰਨੀ ਕਹਿੰਦੇ ਹਨ, ਜੋ ਬਸਰਾਮਪੁਰ, ਚਾਂਦਪੁਰ ਅਤੇ ਭੋਜੇਵਾਲ ਦੀ ਹੱਦ ਪਰ ਹੈ। ਹੁਣ ਇੱਥੇ ਪਤਾਰਾ ਨਿਵਾਸੀ ਮਾਸਟਰ ਮੋਤਾ ਸਿੰਘ ਦੇ ਉਤਸ਼ਾਹ ਅਤੇ ਇਲਾਕੇ ਦੇ ਉਦਮ ਨਾਲ ਇੱਕ ਯਾਦਗਾਰੀ ਗੁਰਦੁਆਰਾ ਬਣ ਗਿਆ ਹੈ। ਮਾਸਟਰ ਮੋਤਾ ਸਿੰਘ ਦਾ ਪਤਾਰਾ ਪਿੰਡ ਚਾਂਦਪੁਰੋਂ ਉੱਤਰ ਵੱਲ ਨੂੰ ਬੋਲੇਨਾ ਰੇਲਵੇ ਸਟੇਸ਼ਨ ਤੋਂ ਦੱਖਣ ਚੜ੍ਹਦੇ ਨੂੰ ਹੈ। ਬਸਰਾਮਪੁਰ ਤੋਂ ਦੱਖਣ ਲਹਿੰਦੇ ਨੂੰ ਪਿੰਡ ਪੂਰਨਪੁਰ ਅਤੇ ਤੱਲਣ ਹਨ। ਇਸ ਸਥਾਨ ਦੀ ਮਹਾਨਤਾ ਸੰਬੰਧੀ ਲੇਖਕ ਦੇ ਸਵਾਲ ਦੇ ਉੱਤਰ ਵਿੱਚ ਇੱਕ ਵਾਰੀ ਮਾਸਟਰ ਮੋਤਾ ਸਿੰਘ ਜੀ ਨੇ ਕਿਹਾ ਸੀ ਕਿ ਇਹ ਬਾਬਾ ਬੰਦਾ ਸਿੰਘ ਦਾ ਜਨਮ ਸਥਾਨ ਹੈ, ਜਿਸ ਦੀ ਗਵਾਹੀ ਲਈ ਉਹਨਾਂ ਜੇਮਸ ਬਰਾਊਨ ਦੀ ਪੁਸਤਕ ਦਾ ਜ਼ਿਕਰ ਕੀਤਾ ਸੀ। ਜੇਮਸ ਬਰਾਊਨ ਦੀ ਹਿਸਟਰੀ ਆਫ ਦੀ origin ਐਂਡ ਪ੍ਰੋਗਰੈਸ ਆਫ ਦੀ ਸਿੱਖਸ, ਜੋ ਕਿ 1788 ਵਿੱਚ ਲਿਖੀ ਗਈ ਸੀ, ਵਿੱਚ ਪੰਨਾ ਨੰਬਰ 9 ਪਰ ਪਿੰਡ ਪੰਡੋਰੀ, ਦੁਆਬਾ, ਬਿਸਤ, ਜਲੰਧਰ ਦਿੱਤਾ ਹੋਇਆ ਹੈ, ਪਰ ਇਸ ਨਾਮ ਦਾ ਕੋਈ ਪਿੰਡ ਇਸ ਥੇ ਦੇ ਲਾਗੇ ਨਹੀਂ ਹੈ। ਦੁਆਬਾ, ਬਿਸਤ, ਜਲੰਧਰ ਵਿੱਚ ਵੱਖ-ਵੱਖ ਵਿਅਕਤੀਆਂ ਦੇ ਨਾਮ ਨਾਲ ਪ੍ਰਸਿੱਧ ਕਈ ਪੰਡੋਰੀਆਂ ਹਨ। ਇਸ ਲਈ ਨਿਸ਼ਚੇ ਨਾਲ ਕੁਝ ਕਹਿ ਸਕਣਾ ਔਖਾ ਹੈ। ਆਮ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਦਾ ਜਨਮ ਸਥਾਨ ਰਾਜੌੜੀ, ਜ਼ਿਲ੍ਹਾ ਪੁੰਛ, ਜੋ ਕਸ਼ਮੀਰ ਵਿੱਚ ਹੈ, ਲਿਖਿਆ ਹੈ। ਇਹਦਾ ਰੈਫਰੈਂਸ ਹੈ ਗੰਡਾ ਸਿੰਘ, Early European Accounts of the Sikhs, 1962, page number 28, footnote number 24। ਅੱਗੇ ਜ਼ਿਕਰ ਹੈ ਥੇ ਬਾਬਾ ਬੰਦਾ ਸਿੰਘ। ਥੋੜਾ ਚਿਰ ਹੀ ਹੋਇਆ ਹੈ ਸੁਰਗਵਾਸੀ ਸਰਦਾਰ ਭਾਗ ਸਿੰਘ ਵਕੀਲ ਗੁਰਦਾਸਪੁਰ ਦੇ ਯਤਨ ਅਤੇ ਪ੍ਰੇਰਨਾ ਨਾਲ ਇਰਦ ਗਿਰਦ ਦੇ ਸਿੰਘਾਂ ਨੇ ਗੁਰਦਾਸ ਨੰਗਲ ਦੀ ਥੇ ਪਰ ਇੱਕ ਯਾਦਗਾਰੀ ਗੁਰਦੁਆਰਾ ਬਣਾ ਦਿੱਤਾ ਹੈ। ਇਹ ਸਥਾਨ ਧਾਰੀਵਾਲੋਂ ਗੁਰਦਾਸਪੁਰ ਨੂੰ ਜਾ ਰਹੀ ਸੜਕ ਦੇ ਖੱਬੇ ਹੱਥ ਹੈ। ਇੱਥੋਂ ਹੀ ਆਖਰੀ ਘੇਰੇ ਵਿੱਚ ਬੰਦਾ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘ ਫੜੇ ਗਏ ਸਨ। ਅੱਗੇ ਸੁਰਖੀ ਹੈ ਬਣਨ ਵਾਲੀਆਂ ਯਾਦਗਾਰਾਂ। ਬਾਬਾ ਬੰਦਾ ਸਿੰਘ ਦੀਆਂ ਅਨੇਕਾਂ ਹੋਰ ਯਾਦਗਾਰਾਂ ਕਾਇਮ ਕਰਨ ਦੀ ਲੋੜ ਹੈ, ਖਾਸ ਕਰ ਉਹਨਾਂ ਥਾਵਾਂ ਤੇ ਜਿੱਥੇ ਕਿ ਉਹਨਾਂ ਨੇ ਜਿੱਤਾਂ ਪ੍ਰਾਪਤ ਕਰਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਸੁਤੰਤਰ ਰਾਜ ਦੀ ਜੋਤ ਜਗਾਈ ਸੀ। ਪਰ ਇੱਕ ਬੜਾ ਜ਼ਰੂਰੀ ਸਥਾਨ ਲੋਹਗੜ੍ਹ ਸਢੌਰੇ ਤੋਂ ਉੱਤਰ ਚੜ੍ਹਦੇ ਵੱਲ ਹੈ, ਜਿੱਥੇ ਕਿ ਉਹਨਾਂ ਨੇ ਇਸ ਰਾਜ ਦੀ ਰਾਜਧਾਨੀ ਦੀ ਨੀਂਹ ਰੱਖੀ ਸੀ। ਦੋ ਹੋਰ ਅਤ ਜ਼ਰੂਰੀ ਸਥਾਨ ਹਨ ਦਿੱਲੀ ਵਿੱਚ। ਇੱਕ ਹੈ ਚਾਂਦਨੀ ਚੌਂਕ ਦੀ ਕੋਤਵਾਲੀ ਦੇ ਸਾਹਮਣੇ ਦਾ ਮੈਦਾਨ, ਜੋ ਕਿ ਰੇਲਵੇ ਸਟੇਸ਼ਨ ਤੋਂ ਫੁਹਾਰੇ ਨੂੰ ਆ ਰਹੀ ਸੜਕ ਦੇ ਸੱਜੇ ਹੱਥ ਹੈ, ਜਿੱਥੇ 5 ਮਾਰਚ ਸਨ 1716 ਨੂੰ ਸ਼ੁਰੂ ਕਰਕੇ ਹਰ ਰੋਜ਼ ਲਗਾਤਾਰ 8 ਦਿਨ 100 ਕਰਕੇ ਬਾਬਾ ਬੰਦਾ ਸਿੰਘ ਦੇ ਸਾਥੀ ਸਿੰਘਾਂ ਨੂੰ ਕਤਲ ਕੀਤਾ ਗਿਆ ਸੀ। ਦੂਸਰਾ ਸਥਾਨ ਹੈ ਕੁਤਬ ਮੀਨਾਰ ਦੇ ਪਾਸ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਦੇ ਰੋਜ਼ੇ ਦੇ ਲਾਗੇ, ਜਿੱਥੇ 9 ਜੂਨ ਸਨ 1716 ਨੂੰ ਖੁਦ ਬਾਬਾ ਬੰਦਾ ਸਿੰਘ, ਉਹਨਾਂ ਦਾ ਪੁੱਤਰ ਅਜੇ ਸਿੰਘ ਅਤੇ ਸਰਦਾਰ ਬਾਜ ਸਿੰਘ ਆਦਿ 94 ਮੁਖੀ ਸਰਦਾਰਾਂ ਨੂੰ ਕੋਹ ਕੇ ਮਾਰਿਆ ਅਤੇ ਟੋਟੇ ਕੀਤਾ ਗਿਆ ਸੀ। ਇਨੀ ਚੌਹੀਂ ਥਾਈਂ ਸ਼ਹੀਦਗੰਜ ਬਣਨੇ ਚਾਹੀਦੇ ਹਨ। ਸੋ ਪਿਆਰੇ ਸਰੋਤਿਓ, ਇੱਥੇ ਇਹਨਾਂ ਅਧਿਆਇਆਂ ਦੀ ਸਮਾਪਤੀ ਹੈ। ਪੜ੍ਹਦਿਆਂ ਕੋਲੋਂ ਹੋਈਆਂ ਭੁੱਲਾਂ ਦੇ ਲਈ ਮੈਂ ਖਿਮਾ ਮੰਗਦਾ।
ਕਿਤਾਬ ਪੜ੍ਹਦਿਆਂ ਹੋਇਆਂ ਜਿੱਥੇ-ਜਿੱਥੇ ਮੈਂ ਆਪਣੇ ਨਿੱਜੀ ਵਿਚਾਰ ਦਿੱਤੇ ਨੇ ਸੰਗਤੋ, ਉਹ ਵਿਚਾਰ ਵੀ ਗੁਰਮਤ ਦੇ ਸਿਧਾਂਤਾਂ ਦੇ ਉੱਪਰ ਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੋ ਮੈਂ ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚੋਂ ਸਿੱਖਿਆ ਹੈ ਉਹਦੇ ਆਧਾਰ 'ਤੇ ਹਨ। ਮੈਨੂੰ ਉਮੀਦ ਹੈ ਬਹੁਤਿਆਂ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਹੋਵੋਗੇ। ਅਗਰ ਤੁਹਾਨੂੰ ਕੋਈ ਵਿਚਾਰ ਨਾ ਜਚਿਆ ਹੋਵੇ, ਮੈਂ ਖਿਮਾ ਦਾ ਜਾਚਕ ਹਾਂ। ਅਗਲੇ ਕੁਝ ਪੰਨੇ ਬਾਕੀ ਨੇ ਇਸ ਕਿਤਾਬ ਦੇ, ਮੈਂ ਉਹ ਵੀ ਜਲਦੀ ਹੀ ਤੁਹਾਡੇ ਨਾਲ ਪੜ੍ਹ ਕੇ ਸਾਂਝੇ ਕਰਾਂਗਾ ਜੀ। ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।